आप सब ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ ਦਾ ਜਿਹੜਾ ਇਹ ਬੁਲੇਟਿਨ ਹੈ। ਮੈਂ ਰਾਜਕਨਵੀਰ ਸਿੰਘ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਸਤੰਬਰ ਦੀ 22 ਤਰੀਕ ਆ, ਦਿਨ ਬੁੱਧਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 408272 2500 ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਇਹਨਾਂ ਦੇ ਨਾਲ ਕਿਸੇ ਵੀ ਇੰਸ਼ੋਰੈਂਸ ਬਾਰੇ ਜਾਣਕਾਰੀ ਲੈ ਸਕਦੇ ਹੋ। ਇਸ ਦੇ ਨਾਲ ਨਾਲ ਮਨਜੀਤ ਸਿੰਘ ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ, ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਵ ਟਰੱਕ ਸਟਾਪ ਬਰਨਸ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ estate, home loans, commercial loans, agriculture loans ਦੇ ਲਈ ਕਾਲ ਮੋਹਨ ਚੀਮਾ 5599052575 ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਨਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ, ਕਾਲ 5592663737 ਤੇ ਟ੍ਰੀਅਸ ਟਰੱਕਿੰਗ ਫਰੈਜ਼ਨੋ ਜਿਨ੍ਹਾਂ ਨੂੰ ਇਸ ਮੌਕੇ ਸੋਲੋ ਅਤੇ ਟੀਮ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਸੋਲੋ ਨੂੰ 60 ਸੈਂਟ ਪਰ ਮਾਈਲ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ USA ਜਿਹੜਾ ਮੈਕਸੀਕੋ ਬਾਰਡਰ ਹੈਗਾ ਆ ਉਹ ਹੁਣ ਪ੍ਰੈਜ਼ੀਡੈਂਟ ਜੋ ਬਾਈਡਨ ਲਈ ਇੱਕ ਬਹੁਤ ਵੱਡੀ ਜਿਹੜੀ ਸਿਰਦਰਦੀ ਬਣ ਗਿਆ ਹੈਗਾ। ਉਸ ਬਾਰਡਰ ਦੇ ਉੱਤੇ 8000 ਤੋਂ ਵੱਧ ਜਿਹੜੇ ਮਾਈਗ੍ਰੈਂਟਸ ਆ ਜਿਹੜੇ ਹੇਸ਼ੀਅਨ ਮੂਲ ਦੇ ਆ ਉਹ ਇਸ ਟਾਈਮ ਇਕੱਠੇ ਹੋਏ ਆ। ਜਿਹੜਾ ਡੈਲਰੀਓ ਇੰਟਰਨੈਸ਼ਨਲ ਬ੍ਰਿਜ ਹੈਗਾ, ਟੈਕਸਿਸ ਗਵਰਨਰ ਜਿਹੜੇ ਗ੍ਰੈਗ ਐਬਟ ਆ ਉਹਨਾਂ ਨੇ ਇਹ ਕਿਹਾ ਹੈ ਵੀ ਇਹ ਸਾਰਾ ਕੁਛ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਤੇ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਕੋਈ ਵੀ ਜਿਹੜਾ ਲਾਅ ਆ ਉਹਨੂੰ ਫੋਲੋ ਨਹੀਂ ਕਰਨਾ ਇਮੀਗ੍ਰੇਸ਼ਨ ਦੇ ਮਾਮਲੇ 'ਚ, ਉਸ ਕਰਕੇ ਜਿਹੜਾ ਕੱਟ ਹੋਇਆ। ਕਹਿੰਦੇ ਵੀ ਸੋਸ਼ਲ ਮੀਡੀਆ ਦੇ ਉੱਤੇ ਤੇ ਵਰਡ ਟੂ ਮਾਊਥ ਜਿਹੜੇ ਮੈਸੇਜ ਆ ਉਹ ਲੋਕਾਂ ਵੱਲੋਂ ਰੋਂਗ ਭੇਜੇ ਗਏ ਪਈ ਜੀ ਉਹ ਬਾਰਡਰ ਖੁੱਲ੍ਹ ਗਿਆ ਹੈਗਾ, ਉੱਥੇ ਕੋਈ ਵੀ ਬੰਦਾ ਜਾ ਸਕਦਾ ਹੈਗਾ। ਸੋ ਉਹਨੂੰ ਦੇਖਦੇ ਹੋਏ ਟੈਕਸਸ ਸਟੇਟ ਨੇ ਅੱਜ ਕਹਿੰਦੇ ਮੀਲਾਂ ਬੱਧੀ ਜਿਹੜਾ ਬਾਰਡਰ ਹੈਗਾ ਆ ਉੱਥੇ ਪੁਲਿਸ ਦੀਆਂ ਕਾਰਾਂ ਲਾ ਕੇ ਜਿਹੜਾ ਆ ਉਸ ਨੂੰ ਬਲੌਕ ਕਰ ਦਿੱਤਾ ਹੈਗਾ। ਸੋ ਇਹ ਹੁਣ ਇੱਕ ਤਾਂ ਇਸ਼ੂ ਜਿਹੜਾ ਇਮੀਗ੍ਰੈਂਟਸ ਨੂੰ ਲੈ ਕੇ ਬਣਿਆ ਵੀ ਉਹ ਕਿਸ ਤਰ੍ਹਾਂ ਐਂਟਰ ਹੋਣਗੇ, ਦੂਜਾ ਸਟੇਟ ਤੇ ਜਿਹੜੀ ਫੈਡਰਲ ਗਵਰਨਮੈਂਟ ਆ ਪੂਰੀ ਤਰ੍ਹਾਂ ਆਮੋ ਸਾਹਮਣੇ ਜਿਹੜੀ ਆ ਗਈ ਹੈਗੀ ਆ। ਜੀ ਬਿਲਕੁਲ, ਇਹ ਮਸਲਾ ਲੰਮੇ ਚਿਰ ਤੋਂ ਜਿਹੜਾ ਉਹ ਚੱਲਦਾ ਆ ਰਿਹਾ ਆ। ਸੋ ਮੀਲਾਂ ਬੱਧੀ ਜਿਹੜੀ ਕਾਰਾਂ ਦਾ ਕਾਫਲਾ ਜਿਹੜਾ ਆ ਗਵਰਨਰ ਐਬਟ ਆ ਉਹਨਾਂ ਨੇ ਉੱਧਰਲੇ ਪਾਸੇ ਨੂੰ ਜਿਹੜਾ ਉਹ ਘੱਲਿਆ ਆ ਤਾਂ ਜੋ ਜਿਹੜੇ ਮਾਈਗਰੈਂਟ ਆ ਉਹ ਇੱਧਰਲੇ ਪਾਸੇ ਨਾ ਆ ਸਕਣ। ਕੱਲ੍ਹ ਹੀ ਜਿੱਦਾਂ ਇਹਨਾਂ ਨੇ ਉੱਦਾਂ ਖਬਰ ਦਿੱਤੀ ਹੈ ਵੀ ਜਿਹੜੇ ਰਿਫਿਊਜੀਆਂ ਦਾ ਆਂਕੜਾ ਆ ਫੈਡਰਲ ਸਰਕਾਰ ਨੇ ਉਸ ਨੂੰ ਇਹਨਾਂ ਨੇ ਵਧਾ ਕੇ 1,25,000 ਜਿਹੜਾ ਆ ਉਹ ਹੁਣ ਅਗਲੇ ਫਿਸਕਲ ਈਅਰ ਤੋਂ ਜਿਹੜਾ ਉਹ ਕਰ ਦੇਣਾ। ਜਿਹੜਾ ਇਹਨਾਂ ਨੇ ਜਿਹੜੇ ਰੈਫਿਊਜੀ ਤੇ ਅਸਾਈਲੀਜ਼ ਆ ਉਹਨਾਂ ਦਾ ਆਂਕੜਾ ਵੀ ਜਿਹੜਾ ਹੁਣ ਵਧਾਉਣ ਜਾ ਰਹੇ ਆ। ਇਸ ਦੇ ਉੱਤੇ ਪਹਿਲਾਂ ਕਾਫੀ ਜਿਹੜੀ ਆ ਕਟੌਤੀ ਟਰੰਪ ਪ੍ਰਸ਼ਾਸਨ ਦੇ ਦੌਰਾਨ ਕਰ ਦਿੱਤੀ ਸੀ। ਅਮਰੀਕਾ ਦੇ ਜਿਹੜੇ ਇਮੀਗ੍ਰੇਸ਼ਨ ਦੇ ਮੁਤਾਬਕ ਜਿਹੜਾ ਵੀ ਕੋਈ ਅਸਾਈਲਮ ਦੇ ਲਈ ਆਉਂਦਾ ਆ ਉਸ ਨੂੰ ਜਿਹੜਾ ਆ ਉਸ ਨੂੰ ਅਪਲਾਈ ਕਰਨ ਦਾ ਹੱਕ ਹੈਗਾ ਆ। ਬਸ ਇਹ ਵੀ ਇਹਨਾਂ ਨੇ ਕਿੰਨੇ ਰੱਖਣੇ ਆ ਉਹ ਇਹਨਾਂ ਦੀ ਆਪਣੀ ਨਿੱਜੀ ਜਿਹੜੀ ਉਹ ਮਰਜ਼ੀ ਹੈਗੀ ਆ। ਪਰ ਇਸ ਤਰੀਕੇ ਦੇ ਜਮਾਵੜੇ ਜਿਹੜੇ ਆ ਜ਼ਰੂਰ ਖਤਰਨਾਕ ਸਾਬਤ ਹੋ ਸਕਦੇ ਨੇ। ਇਹ ਜਿਹੜਾ ਆ ਇਸ ਟਾਈਮ ਦਾਵਾ ਪੇਸ਼ ਆ ਉਹ ਉੱਧਰਲੇ ਪਾਸੋਂ ਹੋ ਰਿਹਾ ਹੈਗਾ ਆ। ਸੋ ਜਿਹੜਾ ਬਾਈਡਨ ਪ੍ਰਸ਼ਾਸਨ ਆ ਖੁਦ ਤਾਂ ਆਪ UN ਦੀ ਜਨਰਲ ਅਸੈਂਬਲੀ 'ਚ ਜਾ ਕੇ ਉੱਥੇ ਭਾਸ਼ਣ ਜਿਹੜੇ ਉਹ ਜ਼ਰੂਰ ਦੇ ਰਹੇ ਹੈਗੇ ਆ ਪਰ ਇਹ ਸਥਿਤੀ ਕਾਬੂ 'ਚ ਨਹੀਂ ਆ ਰਹੀ। ਤੇ ਜਿਹੜੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਇਸ ਸਾਰੇ ਕਾਸੇ ਦੀ ਜ਼ਿੰਮੇਵਾਰੀ ਦਿੱਤੀ ਹੋਈ ਆ
ਉਹਨਾਂ ਦੇ ਤਰਫੋਂ ਵੀ ਕੋਈ ਬਹੁਤਾ ਕੋਈ ਕਹਿ ਲਓ ਵੀ ਠੋਸ ਕਦਮ ਜਾਂ ਕੋਈ ਬਿਆਨਬਾਜ਼ੀ ਵੀ ਜਿਹੜੀ ਉਹ ਦੇਖਣ ਨੂੰ ਨਹੀਂ ਮਿਲ ਰਹੀ। ਉਹਨਾਂ ਨੇ ਇਲੈਕਸ਼ਨ ਤੋਂ ਪਹਿਲਾਂ ਕੈਂਪੇਨ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਬਾਰਡਰ ਜਿਹੜੇ ਆਪਣੇ ਓਕੇ ਰੱਖਣੇ, ਆਪਾਂ ਖੁੱਲ੍ਹੇ ਹੀ ਜਿਹੜੇ ਉਹ ਰੱਖਣੇ ਆ, ਤੇ ਬਾਅਦ ਦੇ ਵਿੱਚ ਜਦੋਂ ਲੈਟਿਨ ਅਮਰੀਕਾ ਦੇ ਵਿੱਚ ਗਏ ਸੀ ਉੱਥੇ ਜਾ ਕੇ ਕਿਹਾ ਸੀਗਾ ਵੀ ਕੋਈ ਵੀ ਨਾ ਆਵੇ। ਤੇ ਹੁਣ ਆਪਾਂ ਦੇਖ ਰਹੇ ਹਾਂ ਵੀ ਜਮਾਵੜਾ ਜਿਹੜਾ ਉਹ ਲਗਾਤਾਰ ਵੱਧਦਾ ਜਿਹੜਾ ਉਹ ਜਾ ਰਿਹਾ ਹੈਗਾ ਆ। ਤੇ ਉਧਰ ਇਸੇ ਹੀ ਮਾਮਲੇ ਦੇ ਵਿੱਚ ਜਿਹੜੇ ਹੇਸ਼ੀਅਨ ਰਿਫਿਊਜੀਜ਼ ਦੀ ਟਰੀਟਮੈਂਟ ਕੀਤੀ ਗਈ ਆ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਅਧੀਨ ਜਿਹੜੀ CBP ਆਉਂਦੀ ਆ, ਉਹਨਾਂ ਦੇ ਜਿਹੜੇ ਘੋੜਸਵਾਰੇ ਪੁਲਿਸ ਵਾਲਿਆਂ ਦੇ ਦੁਆਰਾ, ਉਸ ਨੂੰ ਲੈ ਕੇ NAACP ਵਾਲਿਆਂ ਨੇ ਬਾਈਡਨ ਦੇ ਨਾਲ ਮੀਟਿੰਗ ਦੀ ਮੰਗ ਕੀਤੀ ਆ ਵੀ ਇਹ ਜਿਹੜੀ ਟਰੀਟਮੈਂਟ ਆ ਉਹ ਠੀਕ ਨਹੀਂ ਹੋ ਰਹੀ। ਕੱਲ ਜਦੋਂ ਪ੍ਰੈਸ ਸਕੱਤਰ ਜੈਨ ਸਾਕੀ ਨੂੰ ਇਸ ਦੇ ਬਾਰੇ ਪੁੱਛਿਆ ਗਿਆ ਸੀਗਾ ਤਾਂ ਉਹਨਾਂ ਨੇ ਕਿਹਾ ਵੀ ਮੇਰੇ ਕੋਲ ਪੂਰਾ ਸਿਨਾਰੀਓ ਦੇ ਬਾਰੇ ਪਤਾ ਨਹੀਂ ਆ, ਪਰ ਕਿਸੇ ਵੀ ਹਾਲਾਤ ਦੇ ਵਿੱਚ ਇਸ ਨੂੰ ਜਿਹੜਾ ਠੀਕ ਆ ਉਹ ਨਹੀਂ ਠਹਿਰਾਇਆ ਜਾ ਸਕਦਾ। ਤੇ ਹੁਣ ਦੇਖਦੇ ਆ ਵੀ ਡਿਪਾਰਟਮੈਂਟ ਆਫ ਹੋਮ ਸਿਕਿਉਰਿਟੀ ਵਾਲੇ ਕੀ ਕਰਦੇ ਆ। ਅਲੈਹਾਂਦਰੋ ਮਾਯੋਰਕਸ ਉਹਨਾਂ ਨੇ ਇਸ ਪੂਰੇ ਮਾਮਲੇ ਦੀ ਜਾਂਚ ਦੇ ਆਲਰੇਡੀ ਆਦੇਸ਼ ਜਿਹੜੇ ਉਹ ਦੇ ਦਿੱਤੇ ਆ, ਪਤਾ ਕਰਨ ਦੇ ਲਈ ਆਖਿਆ ਵੀ ਕੌਣ ਸੀ, ਕਿੱਦਾਂ ਸੀ, ਤੇ ਕੀ ਕੁਛ ਇਸ ਸਾਰੇ ਕਾਸੇ ਦੇ ਵਿੱਚ ਜਿਹੜਾ ਉਹ ਵਾਪਰਿਆ ਆ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਇੱਕ ਵਾਰੀ ਫੇਰ ਮਸਲਾ ਹਰਜੋਤ ਸਿੰਘ ਜੀ ਜਿਹੜਾ ਬੈਕ ਬਰਨਰ ਤੇ ਇੱਕ ਟਾਈਮ ਤੇ ਚਲਾ ਗਿਆ ਸੀ, ਮੁੜ ਦੁਬਾਰਾ ਸਾਹਮਣੇ ਆ ਗਿਆ ਹੈ। ਜੀ ਬਿਲਕੁਲ, ਪ੍ਰੈਜ਼ੀਡੈਂਟ ਬਾਈਡਨ ਹੋਣਾ ਨੇ ਅੱਜ UN ਨੂੰ ਐਡਰੈਸ ਕੀਤਾ ਹੈਗਾ। ਕਹਿੰਦੇ ਵੀ ਪਹਿਲੀ ਵਾਰੀ UN ਦੀ ਹਿਸਟਰੀ ਦੇ ਵਿੱਚ ਪਿਛਲੇ 20 ਸਾਲਾਂ ਦੇ ਦੌਰਾਨ ਜਦੋਂ ਕਿਸੇ US ਪ੍ਰੈਜ਼ੀਡੈਂਟ ਨੇ ਐਡਰੈਸ ਕੀਤਾ, ਉਹ ਉਸ ਟਾਈਮ ਦੇ ਉੱਤੇ US ਕਿਸੇ ਵੀ ਮੁਲਕ ਦੇ ਨਾਲ ਵਾਰ ਦੇ ਉੱਤੇ ਨਹੀਂ, ਕਿਸੇ ਵੀ ਮੁਲਕ ਦੇ ਨਾਲ ਲੜਾਈ ਨਹੀਂ ਲੜ ਰਿਹਾ ਹੈਗਾ। ਉਹਨਾਂ ਨੇ ਇਹ ਕਿਹਾ ਵੀ 20 ਸਾਲ ਹੋ ਗਏ ਸਾਨੂੰ ਜਿਹੜਾ ਅਫਗਾਨਿਸਤਾਨ 'ਚ ਲੜਦਿਆਂ ਨੂੰ, ਤੇ ਉਹ ਅਸੀਂ ਵਾਰ ਜਿਹੜਾ ਆ ਉਹ ਖ਼ਤਮ ਕਰ ਦਿੱਤਾ ਹੈਗਾ, ਤੇ ਅਸੀਂ ਪੂਰੀ ਦੀਆਂ ਪੂਰੀਆਂ ਅਮਰੀਕਨ ਫੌਜਾਂ ਆ ਉਹਨਾਂ ਨੂੰ ਵਿਡਰਾਅ ਕਰ ਲਿਆ ਹੈਗਾ। ਈਵਨ ਦੋ US ਦੇ ਬਹੁਤ ਸਾਰੇ ਜਿਹੜੇ ਸਪੋਰਟਰ ਮੁਲਕ ਹੈਗੇ ਆ, ਖਾਸ ਕਰਕੇ ਯੂਰਪੀਅਨ ਕੰਟਰੀ, ਉਹ ਅਪਸੈਟ ਵੀ ਸੀਗੇ ਵੀ ਕੁਛ ਜਿਹੜੇ ਫੌਜੀ ਆ ਉਹਨਾਂ ਨੂੰ ਉੱਥੇ ਛੱਡਿਆ ਜਾਵੇ। ਸੋ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਮਿਲਟਰੀ ਦਾ ਪਾਵਰ ਦਾ ਅਟੈਕ ਹੈਗਾ ਆ, ਜਾਂ ਮਿਲਟਰੀ ਪਾਵਰ ਯੂਜ਼ ਕਰਨੀ ਆ, ਉਹ ਬਿਲਕੁਲ ਸਾਡਾ ਜਿਹੜਾ ਲਾਸਟ ਰਿਜ਼ੋਰਟ ਹੋਊਗਾ। ਪਰ ਇਨ ਦਾ ਮੀਨ ਟਾਈਮ ਅਸੀਂ ਆਪਣੇ ਮੁਲਕ ਨੂੰ ਤੇ ਸਾਡੇ ਜਿਹੜੇ ਦੋਸਤ ਮੁਲਕ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਟੈਰਰਿਸਟ ਅਟੈਕ ਤੋਂ ਬਚਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈਗੇ ਆ। ਤੇ ਨਾਲ ਦੀ ਨਾਲ ਉਹਨਾਂ ਨੇ $10 ਬਿਲੀਅਨ ਜਿਹੜੀ ਆ ਕਮਿਟਮੈਂਟ ਕੀਤੀ ਹੈਗੀ ਆ ਹੰਗਰ ਤੇ ਇਨਵੈਸਟ ਇਨ ਫੂਡ ਸਿਸਟਮ USA ਦੇ ਵਿੱਚ ਤੇ ਹੋਰ ਮੁਲਕਾਂ 'ਚ। ਤੇ UN ਨੇ ਇਹ ਵੀ ਪਿੱਛੇ ਰੌਲਾ ਪਾਇਆ ਸੀ ਵੀ ਦੇਖੋ ਅਮਰੀਕਾ ਵਾਲਿਆਂ ਨੇ 2-2 ਟੀਕੇ ਲਵਾ ਲਏ, ਹੁਣ ਇਹ ਜਿਹੜੇ ਆ ਬੂਸਟਰ ਸ਼ਾਟ ਵੀ ਲਾ ਰਹੇ ਆ, ਜਦ ਕਿ ਦੁਨੀਆ ਦੇ ਵਿੱਚ ਬਹੁਤ ਸਾਰੇ ਮੁਲਕ ਇੱਦਾਂ ਦੇ ਜਿੱਥੇ ਉਹਨਾਂ ਨੂੰ ਪਹਿਲਾ ਟੀਕਾ ਵੀ ਨਹੀਂ ਮਿਲਿਆ। ਸੋ ਉਹਨੂੰ ਦੇਖਦੇ ਹੋਏ ਅੱਜ ਪ੍ਰੈਜ਼ੀਡੈਂਟ ਬਾਈਡਨ ਨੇ 500 ਮਿਲੀਅਨ ਜਾਣੀ ਕਿ $500 ਬਿਲੀਅਨ ਜਿਹੜੇ ਕਰੋਨਾ ਦੇ ਵੈਕਸੀਨ ਸ਼ਾਟਸ ਹੈਗੇ ਆ, ਉਹ ਖਰੀਦ ਕੇ ਉਹ ਕਹਿੰਦੇ ਵੀ ਅਸੀਂ ਉਹਨਾਂ ਮੁਲਕਾਂ ਨੂੰ ਦੇਵਾਂਗੇ ਜਿਨ੍ਹਾਂ ਦੇ ਕੋਲ ਵੈਕਸੀਨ ਨਹੀਂ ਹੈਗੇ, ਫ੍ਰੀ ਆਫ ਕਾਸਟ ਦੇਣਗੇ। ਜੀ ਬਿਲਕੁਲ, ਯੂਰਪੀਅਨ ਸੰਘ ਦੇ ਨਾਲ ਕਹਿੰਦੇ ਜੀ ਉਹ ਮਿਲ ਕੇ ਇਸ ਨੂੰ ਜਿਹੜਾ ਉਹ ਚਲਾਉਣਗੇ, ਤੇ ਤਾਂ ਜੋ ਵੱਧ ਤੋਂ ਵੱਧ ਲੋਕ ਉਹਨਾਂ ਨੂੰ ਉਹ ਵੈਕਸੀਨੇਟ ਕਰ ਸਕਣ। ਕਹਿੰਦੇ ਵੀ 1 ਸਾਲ ਦੇ ਵਿੱਚ ਉਹ ਚਾਹੁੰਦੇ ਆ ਵੀ ਪੂਰੀ ਦੁਨੀਆ ਦੇ ਵਿੱਚ 70% ਜਿਹੜੇ ਲੋਕ ਨੇ ਰਹਿ ਰਹੇ ਨੇ, ਪੂਰੀ ਦੁਨੀਆ ਦੀ ਜਿਹੜੀ ਆਬਾਦੀ ਆ ਉਹ ਵੈਕਸੀਨ ਜਿਹੜੀ ਉਹ ਲਗਵਾ ਲਵੇ। EU ਯੂਰਪੀਅਨ ਸੰਘ ਤੇ US ਕਹਿੰਦੇ ਆ ਵੀ ਉਹ ਦੋਨੋਂ ਹੀ ਜਾਣੇ ਆ ਉਹ ਮਿਲ ਕੇ ਪਹਿਲੋਂ ਦੇ ਨਾਲੋਂ ਵੀ ਜ਼ਿਆਦਾ ਮਿਲ ਕੇ ਜਿਹੜਾ ਆ ਉਹ ਨਜ਼ਦੀਕੀ ਦੇ ਨਾਲ ਕੰਮ ਕਰਨਗੇ। ਜਿੱਦਾਂ ਤੁਸੀਂ ਦੱਸਿਆ ਵੀ ਡੋਨੇਸ਼ਨਸ ਤਾਂ ਜਿਹੜੀਆਂ ਆ ਉਹ ਕਰ ਹੀ ਰਹੇ ਆ। ਆਲਰੇਡੀ US ਨੇ ਪੂਰੀ ਦੁਨੀਆ ਦੇ ਵਿੱਚ 1.1 ਬਿਲੀਅਨ ਡੋਜ਼ਸ ਜਿਹੜੀਆਂ ਆ ਵੈਕਸੀਨਸ ਦੀਆਂ ਫ੍ਰੀ ਦੇ ਵਿੱਚ ਦੇਣ ਨੂੰ ਆਲਰੇਡੀ ਮਨਜ਼ੂਰੀ ਜਿਹੜੀ ਉਹ ਦੇ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਦੱਸਿਆ ਜਾਵੇ ਵੀ ਜਿੰਨੇ ਵੀ ਹੁਣ ਤੱਕ ਅਮਰੀਕਾ ਦੇ ਵਿੱਚ ਸ਼ਾਟਸ ਦਿੱਤੇ ਗਏ ਆ, ਜਿੰਨਾ ਵੀ ਸ਼ਾਟ ਦਿੱਤਾ ਆ ਵੀ ਉਹਦੇ ਬਦਲੇ ਅਸੀਂ ਦੁਨੀਆ ਨੂੰ 3 ਸ਼ਾਟ ਜਿਹੜੇ ਆ ਉਹ ਲਾਵਾਂਗੇ। ਸੋ ਇੱਕ ਅਮਰੀਕਨ ਦੇ ਬਦਲੇ 3 ਜਾਣੇ ਜਿਹੜੇ ਦੁਨੀਆ ਦੇ ਹੋਰ ਹੈਗੇ ਰਹਿ ਰਹੇ ਆ, ਉਹਨਾਂ ਦੇ ਲਈ ਜਿਹੜੇ ਵੈਕਸੀਨ ਦਾ ਇਹ ਪ੍ਰਬੰਧ ਕਰ ਰਹੇ ਹੈਗੇ ਨੇ। ਸੋ ਆਲਰੇਡੀ ਇਹਨਾਂ ਨੇ ਕਈ ਜਿਹੜੀਆਂ ਹਰਜੋਤ ਸਿੰਘ ਜੀ ਵੈਕਸੀਨਸ ਆ ਉਹ ਖਰੀਦਣੀਆਂ ਸ਼ੁਰੂ ਕੀਤੀਆਂ। ਐਸਟਰਾਜੈਨੇਕਾ ਵਾਲੀ ਇੱਥੇ ਤਾਂ ਜਿਹੜੀ ਆ ਉਹ ਬਿਲਕੁਲ ਵੀ ਨਹੀਂ ਵਰਤੀ ਗਈ, ਉਸ ਨੂੰ ਵੀ ਇਹਨਾਂ ਨੇ ਜਿਹੜਾ ਆ ਉਹ ਉੱਥੇ ਵੰਡਿਆ ਸੀਗਾ। ਸੋ ਇਸ ਦੇ ਵਿੱਚੋਂ ਕਹਿੰਦੇ ਵੀ 870 ਮਿਲੀਅਨ ਵੈਕਸੀਨਸ ਵੱਖ-ਵੱਖ ਮੁਲਕਾਂ ਨੇ ਕਿਹਾ ਸੀਗਾ ਵੀ ਅਸੀਂ ਵੰਡਣੀਆਂ ਹੈ, ਉਹਦੇ ਵਿੱਚੋਂ ਮਹਿਜ ਅਜੇ 15% ਹੀ ਜਿਹੜੀਆਂ ਉਹ ਸ਼ਿਪ ਹੋਣ 'ਚ ਕਾਮਯਾਬ ਹੋਈਆਂ ਨੇ। ਉਧਰ ਯੂਰਪੀਅਨ ਸੰਘ ਨੇ 450 ਮਿਲੀਅਨ ਡੋਜ਼ਸ ਜਿਹੜੀਆਂ ਆ ਅਗਲੇ ਸਾਲ ਦੇ ਮੱਧ ਤਾਈਂ ਉਹ ਵੰਡਣ ਦੀ ਕਮਿਟਮੈਂਟ, ਡੋਨੇਟ ਕਰਨ ਦੀ ਜਿਹੜੀ ਆ ਉਹ ਵਚਨ ਦਿੱਤਾ ਆ।
ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਤੋਂ ਆ ਰਹੀ ਹੈ। ਕਹਿੰਦੇ ਕੈਲੀਫੋਰਨੀਆ ਜਿਹੜੀ ਨੇਸ਼ਨ ਦੇ ਵਿੱਚ USA ਦੇ ਵਿੱਚ ਪਹਿਲੀ ਸਟੇਟ ਬਣ ਗਈ ਆ, ਜਿੱਥੇ ਸਭ ਤੋਂ ਲੋਐਸਟ ਵਾਇਰਸ ਟਰਾਂਸਮਿਸ਼ਨ ਰੇਟ ਹੈਗਾ। ਕਰੋਨਾ ਵਾਇਰਸ ਜਿੱਥੇ ਇਸ ਟਾਈਮ ਅੱਜ ਦੀ ਡੇਟ ਦੇ ਵਿੱਚ ਸਭ ਤੋਂ ਜਿਹੜਾ ਘੱਟ ਹੈਗਾ। ਕਹਿੰਦੇ 70% ਜਿਹੜੇ ਕੈਲੀਫੋਰਨੀਆ ਦੇ ਜਿਹੜੇ ਐਲੀਜੀਬਲ ਲੋਕ ਹੈਗੇ ਆ ਟੀਕਾ ਲਵਾਉਣ ਦੇ ਲਈ, ਉਹਨਾਂ ਨੇ ਘੱਟੋ ਘੱਟ ਇੱਕ ਵੈਕਸੀਨ ਜਿਹੜਾ ਲਵਾ ਲਿਆ ਹੈਗਾ। ਇਹੀ ਇੱਕ ਰੀਜ਼ਨ ਹੈਗਾ। ਕੈਲੀਫੋਰਨੀਆ ਦੇ ਵਿੱਚ ਇਸ ਟਾਈਮ 1 ਲੱਖ ਦੇ ਵਿੱਚ ਸਿਰਫ 94 ਲੋਕ ਜਿਹੜੇ ਆ ਉਹਨਾਂ ਦੇ ਕੇਸ ਆ ਰਹੇ ਆ। ਟੈਕਸਸ 'ਚ ਜਦੋਂ ਕਿ 386 ਆ, ਤੇ ਫਲੋਰੀਡਾ ਦੇ ਵਿੱਚ 296 ਹੈਗੇ ਆ। ਸੋ ਸਭ ਤੋਂ ਜ਼ਿਆਦਾ ਜਿਹੜਾ ਹਾਈਐਸਟ ਸਟੇਟ ਵੈਕਸੀਨ ਦਾ ਕੈਲੀਫੋਰਨੀਆ ਸੀ। ਇਹ ਡਾਕਟਰ ਕ੍ਰਿਸਟਨ ਬਿਬਨਸ ਡੋਮਿੰਗੋ ਜਿਹੜੇ ਪ੍ਰੋਫੈਸਰ ਆਫ ਐਪੀਡੈਮੀਓਲੋਜੀ ਦੇ ਹੈਗੇ ਆ ਯੂਨੀਵਰਸਿਟੀ ਆਫ ਕੈਲੀਫੋਰਨੀਆ ਸੈਨ ਫਰਾਂਸਿਸਕੋ 'ਚ, ਉਹਨਾਂ ਨੇ ਇਹ ਦੱਸਿਆ ਹੈਗਾ ਆ। ਸੋ ਇਹ ਇੱਕ ਵਧੀਆ ਖਬਰ ਹੈਗੀ ਆ। ਪਰ ਦੂਸਰੇ ਪਾਸੇ ਹਜੇ ਵੀ ਬਹੁਤ ਸਾਰੇ ਜਿਹੜੇ ਸਟੇਟ ਦੇ ਵਿੱਚ ਵੱਖ-ਵੱਖ ਮਹਿਕਮਿਆਂ ਦੇ ਜਿਹੜੇ EMPLOYEES ਹੈਗੇ ਆ, ਉਹ ਟੀਕੇ ਨਹੀਂ ਲਵਾ ਰਹੇ ਹੈਗੇ। ਆਪਾਂ ਦੱਸਿਆ ਸੀ ਕਿਸ ਤਰ੍ਹਾਂ ਸ਼ੈਰਿਫ ਡਿਪਾਰਟਮੈਂਟ, ਪੁਲਿਸ ਡਿਪਾਰਟਮੈਂਟਸ, ਹੋਰ ਜਿਹੜੇ ਗਵਰਨਮੈਂਟ EMPLOYEES ਆ, ਉਹ ਵੈਕਸੀਨ ਨਹੀਂ ਲਵਾ ਰਹੇ। ਇਹਨੂੰ ਦੇਖਦੇ ਹੋਏ ਅੱਜ ਫਰਿਜ਼ਨੋ ਜਿਹੜੀ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਸਾਡੇ EMPLOYEE ਵੈਕਸੀਨ ਲਵਾਉਣਗੇ, ਜਿਨ੍ਹਾਂ ਨੇ ਨਹੀਂ ਲਵਾਈ ਅੱਗੇ, ਉਹਨਾਂ ਨੂੰ $500 ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਕੰਪਨਸੇਸ਼ਨ ਇਨਾਮ। ਵੀ ਦਿੱਤਾ ਜਾਊਗਾ। ਜੀ। ਜੀ, ਲਾਲਚ ਜਿਹੜਾ ਹੁਣ ਇਸ ਹਿਸਾਬ ਦੇ ਨਾਲ ਵੀ ਦੇ ਰਹੇ ਆ, ਡੰਡਾ ਵੀ ਕਰੀ ਜਾਂਦੇ ਆ ਨਾਲ ਮੈਂਡੇਟ ਵੀ ਜਿਹੜਾ ਹੈਗਾ, ਤੇ ਨਾਲ ਇਸੇ ਤਰੀਕੇ ਦੇ ਨਾਲ ਆਪਾਂ ਨੂੰ ਇਹ ਵੀ ਜਿਹੜਾ ਉਹ ਦੇਖਣ ਨੂੰ ਮਿਲ ਰਿਹਾ ਹੈਗਾ। ਉਧਰ ਸੈਨ ਫਰਾਂਸਿਸਕੋ ਦੀ ਮੇਅਰ, ਜਿਹਦੇ ਬਾਰੇ ਆਪਾਂ ਕੱਲ ਵੀ ਚਰਚਾ ਕੀਤੀ ਸੀ, ਵੀ ਖੁਦ ਉਹ ਤੱਤੇ ਪਾਣੀ 'ਚ ਸਪਿਰਿਟਡ ਕਹਿੰਦੀ ਮੈਂ ਮਹਿਸੂਸ ਕਰ ਰਹੀ ਸੀ। ਸੈਨ ਫਰਾਂਸਿਸਕੋ ਦੇ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਜਿੰਨੇ ਵੀ ਮੁਲਾਜ਼ਮ ਕੰਮ ਕਰਨ ਵਾਲੇ ਆ, ਉਹਨਾਂ ਦੇ ਉੱਤੇ ਵੀ ਮੈਂਡੇਟ ਜਿਹੜਾ ਉਹ ਉਹਨਾਂ ਨੇ ਲਗਾ ਦਿੱਤਾ ਆ ਵੀ ਤੁਹਾਨੂੰ ਵੀ ਜਿਹੜੇ ਵੈਕਸੀਨ ਆ ਉਹ ਲਗਵਾਉਣੇ ਪੈਣਗੇ। ਸੋ ਇਹ ਜਦੋਂ ਤੋਂ FDA ਨੇ ਇਸ ਨੂੰ ਫੁੱਲ ਅਪਰੂਵਲ ਹਰਜੋਤ ਸਿੰਘ ਜੀ ਦਿੱਤਾ ਹੈ, ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਚੇਂਜਸ ਜਿਹੜੇ ਆ ਇਸ ਦੇ ਤਹਿਤ ਆਪਾਂ ਨੂੰ ਦੇਖਣ ਨੂੰ ਮਿਲ ਰਹੇ ਹੈਗੇ ਆ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਬਣਦਾ, ਪਰ ਕਈ ਥਾਵਾਂ ਦੇ ਉੱਤੇ ਇਹ ਮੈਂਡੇਟ ਆ ਉਹ ਲਾਜ਼ਮੀ ਜਿਹੜਾ ਉਹ ਹੁੰਦਾ ਜਾ ਰਿਹਾ ਹੈਗਾ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਡੈਟ ਸੀਲਿੰਗ ਨੂੰ ਲੈ ਕੇ ਜਿਹੜੀ ਸਮੱਸਿਆ ਆ ਉਹ ਪੂਰੀ ਤਰ੍ਹਾਂ ਉਸੇ ਤਰੀਕੇ ਦੇ ਨਾਲ ਸਿੰਘ ਫਸੇ ਆ। ਹਾਊਸ ਨੇ ਚਾਹੇ ਕੱਲ ਆਪਾਂ ਜਿੱਦਾਂ ਦੱਸਿਆ ਸੀਗਾ ਵੀ ਉਹ ਪਾਸ ਤਾਂ ਕਰ ਦਿੱਤਾ ਸੀਗਾ ਵੀ ਸਾਡੇ ਵੱਲੋਂ ਜਿਹੜੀ ਡੈਟ ਸੀਲਿੰਗ ਦੀ ਸਸਪੈਂਸ਼ਨ ਜਿਹੜੀ ਹੋਵੇਗੀ, ਪਰ ਜਿਹੜੇ ਸੈਨੇਟ ਦੇ ਵਿੱਚ ਕਹਿੰਦੇ ਵੀ ਉਸ 'ਤੇ ਪਾਸ ਹੋਣਾ ਹਾਲ ਦੀ ਘੜੀ ਨਾਮੁਮਕਿਨ ਜਿਹਾ ਜਿਹੜਾ ਉਹ ਜਾਪ ਰਿਹਾ ਆ। ਦੋ ਸਾਬਕਾ ਟ੍ਰੈਜਰੀ ਸਕੱਤਰ ਜਿਹੜੇ ਆ ਪੌਲਸਨ ਤੇ ਮਨੂਚਨ, ਉਹਨਾਂ ਨੇ ਵੀ ਜਿਹੜੇ ਆ ਮਿਚ ਮਕੌਨਲ ਤੇ ਯੈਨਟ ਯੈਲਨ, ਇਹਨਾਂ ਦੇ ਦਰਮਿਆਨ ਜਿਹੜੀ ਪ੍ਰਾਈਵੇਟਲੀ ਜਿਹੜੀ ਉਹ ਗੱਲਬਾਤ ਕਰਵਾਈ ਕੀਤੀ, ਡਿਫਿਊਜ਼ ਕਰਨ ਦੀ ਕਹਿੰਦੇ ਕੋਸ਼ਿਸ਼ ਕੀਤੀ ਵੀ ਧਮਾਕਾ ਨਾ ਹੀ ਹੋਵੇ, ਪਰ ਕਹਿੰਦੇ ਆ ਵੀ ਜਿਹੜੇ ਮਿਚ ਮਕੌਨਲ ਆ ਉਹ ਮੰਨਣ ਤੋਂ ਇਨਕਾਰੀ ਆ ਵੀ ਅਸੀਂ ਜਿਹੜੇ ਡੈਟ ਸੀਲਿੰਗ ਨੂੰ ਲੈ ਕੇ ਜਿਹੜਾ ਟਸ ਤੋਂ ਮਸ ਵੀ ਜਿਹੜਾ ਉਹ ਨਹੀਂ ਹੋਵਾਂਗੇ। ਜਦਕਿ 4 ਸਾਲ ਇਹਨਾਂ ਨੇ ਡੈਟ ਸੀਲਿੰਗ ਨੂੰ ਲੈ ਕੇ ਮੂੰਹੋਂ ਇੱਕ ਵੀ ਸ਼ਬਦ ਜਿਹੜਾ ਆ ਉਹ ਨਹੀਂ ਬੋਲਿਆ। ਜਦੋਂ ਟਰੰਪ ਹੁਣੀ ਜਿਹੜੇ ਆ ਉਹ ਪ੍ਰੈਜ਼ੀਡੈਂਟ ਸੀਗੇ, ਜਦੋਂ $7 ਟ੍ਰਿਲੀਅਨ ਦਾ ਹੋਰ ਜਿਹੜਾ ਡੈਟ ਦੇ ਵਿੱਚ ਅਮਰੀਕਾ ਜਿਹੜਾ ਉਹ ਗਿਆ ਸੀਗਾ, ਕਹਿੰਦੇ ਵੀ ਇੱਦਾਂ ਕਰਨ ਦੇ ਨਾਲ US ਜੇ ਡੀਫਾਲਟ ਕਰਦਾ ਆ 1 ਅਕਤੂਬਰ ਤੋਂ ਪਹਿਲਾਂ, ਇਹ ਇਹਨਾਂ ਦੀ ਫੰਡਿੰਗ ਰੁਕ ਜਾਂਦੀ ਆ ਕੇਂਦਰ ਦੀ ਸਰਕਾਰ ਦੀ, ਤਾਂ ਇਹਦੇ ਨਾਲ 6 ਮਿਲੀਅਨ ਜੌਬਸ ਜਿਹੜੀਆਂ ਆ ਉਹ ਲੂਜ਼ ਹੋਣਗੀਆਂ, ਤੇ $15 ਟ੍ਰਿਲੀਅਨ ਦੀ ਜਿਹੜੀ ਵੈਲਥ ਆ ਉਹ ਵਾਈਪ ਆਊਟ ਜਿਹੜੀ ਉਹ ਹੋ ਜਾਵੇਗੀ। ਇਹ ਇੱਕ ਬਹੁਤ ਵੱਡੀ ਜਿਹੜੀ ਮੁਸ਼ਕਲ ਆ ਉਹ ਉਸ ਸਾਹਮਣੇ ਜਿਹੜੀ ਦਰਪੇਸ਼ ਇਹਨਾਂ ਦੇ ਜਿਹੜੀ ਉਹ ਪਈ ਹੈਗੀ ਆ। ਇਹ ਹੁਣ ਦੇਖਣਾ ਹੋਊਗਾ ਵੀ ਕਾਂਗਰਸ ਦੇ ਵਿੱਚ ਦੋਨੇ ਪਾਰਟੀਆਂ ਵਾਲੇ ਆਪਸ ਦੇ ਵਿੱਚ ਕਿਸੇ ਤਰੀਕੇ ਦਾ ਸਮਝੌਤਾ ਕਰਨ ਦੇ ਵਿੱਚ ਕਾਮਯਾਬ ਹੋਣਗੇ ਕਿ ਨਹੀਂ। ਡੈਮੋਕ੍ਰੇਟ ਵਾਲੇ ਤਾਂ ਮੰਨੇ ਪਏ ਆ, ਪਰ ਰਿਪਬਲਿਕਨ ਕਹਿੰਦੇ ਆ ਵੀ ਨਹੀਂ, ਅਸੀਂ ਜਿਹੜਾ ਆ ਹੁਣ ਇਸ ਨੂੰ ਪਾਸ ਜਿਹੜਾ ਉਹ ਨਹੀਂ ਹੋਣ ਦੇਣਾ, ਚਾਹੇ ਹੁਣ ਕਹਿੰਦੇ ਆ ਵੀ ਸ਼ਟਡਾਊਨ ਹੋ ਜਾਵੇ, ਅਨਲੈਸ ਕੋਈ ਇਹਨਾਂ ਦਿਨਾਂ ਦੇ ਵਿੱਚ ਥੋੜੇ ਜਿਹੜੇ ਦਿਨ ਰਹਿ ਗਏ ਆ ਉਹਦੇ ਵਿੱਚ ਕੋਈ ਆਪਸ 'ਚ ਇਹਨਾਂ ਦਾ ਸਮਝੌਤਾ ਹੁੰਦਾ ਆ। ਤਾਂ ਜੀ, ਅਗਲੀ ਖਬਰ ਜਿਹੜੀ ਹੈ ਕੰਟਕੀ ਤੋਂ ਆ ਰਹੀ ਹੈ। ਬੜੀ ਹੀ ਮਾੜੀ ਖਬਰ ਆ। ਅੱਜ ਸਵੇਰੇ ਜਿਹੜੇ ਬੱਚੇ ਆ, ਜਦੋਂ ਉਹ ਬੱਸ 'ਤੇ ਚੜ੍ਹ ਕੇ ਆਪਣੇ ਸਕੂਲ ਲਈ ਜਾਣ ਲਈ ਰੈਡੀ ਸੀਗੇ, ਉੱਥੇ ਜਿਹੜੀ ਆ ਇੱਕ ਡਰਾਈਵ ਬਾਈ ਸ਼ੂਟਿੰਗ ਹੋਈ, ਜਿਹਦੇ ਨਾਲ 2 ਬੱਚਿਆਂ ਦੇ ਜਿਹੜੀਆਂ ਗੋਲੀਆਂ ਲੱਗ ਗਈਆਂ, ਤੇ ਇੱਕ ਬੱਚੇ ਦੀ ਜਾ ਕੇ ਜਿਹੜੀ ਆ ਹਸਪਤਾਲ ਦੇ ਵਿੱਚ ਮੌਤ ਹੋ ਗਈ ਹੈਗੀ ਆ। ਰੂਸਲ ਨੇਬਰਹੁੱਡ ਜਿਹੜਾ ਲਿਊਜ਼ਵੇਲ ਦਾ ਆ, ਉੱਥੇ ਅੱਜ ਸਵੇਰੇ 6:30 ਵਜੇ ਇਹ ਜਿਹੜੀ ਘਟਨਾ ਵਾਪਰੀ ਹੈਗੀ ਆ।
ਇਹ ਲੂਜ਼ਵਿਲ ਦੀ ਮੈਟਰੋ ਪੁਲਿਸ ਡਿਪਾਰਟਮੈਂਟ ਆ, ਉਹਨਾਂ ਨੇ ਇਹ ਦੱਸਿਆ ਆ। ਤੇ ਲੂਜ਼ਵਿਲ ਦੇ ਮੇਅਰ ਗ੍ਰੈਗ ਫਿਸ਼ਰ ਜਿਹੜੇ ਆ, ਉਹਨਾਂ ਨੇ ਇਹ ਕਿਹਾ ਵੀ ਬਹੁਤ ਹੀ ਮਾੜੀ ਗੱਲ ਆ, 145ਵਾਂ ਹੋਮੋਸਾਈਡ ਇਹ ਉਸ ਸ਼ਹਿਰ ਦਾ ਇਸ ਸਾਲ ਦਾ ਹੈਗਾ ਆ। ਤੇ ਹੁਣ ਦੇਖੋ ਕਹਿੰਦੇ ਵੀ ਇੱਕ ਜਿਹੜਾ ਬੱਚਾ ਆ ਉਹ ਮੁੜ ਕੇ ਸਕੂਲ ਕਦੇ ਵੀ ਨਹੀਂ ਜਾ ਸਕੇਗਾ। ਜੀ ਬਿਲਕੁਲ ਕਹਿੰਦੇ ਵੀ ਇੱਕ ਕੁੜੀ ਦੇ ਵੀ ਮੌਕੇ ਦੇ ਉੱਤੇ ਜਿੱਥੇ ਇਹ ਵਾਰਦਾਤ ਹੋਈ ਆ, ਉੱਥੇ ਵੀ ਗੋਲੀਆਂ ਜਿਹੜੀਆਂ ਉਹ ਲੱਗੀਆਂ ਸੀਗੀਆਂ, ਉਹਦੇ ਕਰਕੇ ਇੰਜਰੀ ਜਿਹੜੀ ਆ ਉਹ ਹੋਈ ਸੀ, ਪਰ ਉਹਦੇ ਗੋਲੀ ਜਿਹੜੀ ਉਹ ਨਹੀਂ ਲੱਗੀ ਸੀਗੀ। ਤੇ ਜਿੱਦਾਂ ਤੁਸੀਂ ਦੱਸਿਆ ਵੀ ਇੱਕ ਤਾਂ ਜਿਹੜਾ ਆ ਉਹ ਫੌਤ ਹੋ ਗਿਆ ਆ। ਬਹੁਤ ਹੀ ਮੰਦਭਾਗੀ ਜਿਹੜੀ ਗੱਲ ਆ, ਸਵੇਰੇ 6:30 ਵਜੇ ਕੋਈ ਆਇਆ ਤੇ ਗੋਲੀਆਂ ਜਿਹੜੀਆਂ ਆ ਉਹ ਚਲਾ ਕੇ ਇੱਕ ਦੀ ਜਾਨ ਲੈ ਗਿਆ ਤੇ ਇੱਕ ਜਿਹੜਾ ਹੁਣ ਜ਼ੇਰੇ ਇਲਾਜ ਆ। ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਆਪਣੀ ਜਿਹੜੀ ਨੀਸ ਹੈਗੀ ਆ ਮੈਰੀ ਟਰੰਪ ਤੇ ਨਿਊਯਾਰਕ ਟਾਈਮਜ਼ ਦੇ ਰਿਪੋਰਟਰਸ ਆ, ਉਹਨਾਂ ਦੇ ਖਿਲਾਫ ਲਾਸੂਟ ਦਰਜ ਕਰਵਾ ਦਿੱਤਾ ਆ ਵੀ ਉਹਨਾਂ ਦੇ ਜਿਹੜੇ ਟੈਕਸ ਡਾਕੂਮੈਂਟਸ ਆ ਉਹ ਉਸ ਨੂੰ ਜਦੋਂ ਇਹ ਲੀਕ ਹੋਏ ਸੀਗੇ ਪਿਛਲੇ ਜਿਹੜੇ ਸਾਲ ਦੇ ਵਿੱਚ, ਜਦੋਂ ਇਹ ਲੀਕ ਹੋਏ ਸੀ, ਜਿਹਦੇ ਵਿੱਚ ਇਹ ਪਤਾ ਲੱਗਾ ਸੀਗਾ ਵੀ ਆਮ ਜਿਹੜੇ ਆ ਮਿਡਲ ਕਲਾਸ ਦੇ ਨਾਲੋਂ ਵੀ ਘੱਟ ਜਿਹੜਾ ਫੈਡਰਲ ਟੈਕਸ ਆ ਟਰੰਪ ਹੁਣਾਂ ਨੇ ਖੁਦ ਦਿੱਤਾ ਸੀ, ਮੇਬੀ $700 ਆਈ ਥਿੰਕ ਜਿਹੜਾ ਉਹਨਾਂ ਨੇ ਦਿੱਤਾ ਸੀਗਾ। ਸੋ ਇਹ ਟਰੰਪ ਦੇ ਹੁਣਾਂ ਦੇ ਇਸ ਲਾਸੂਟ ਦੇ ਵਿੱਚ ਉਹਨਾਂ ਨੇ ਜਿਹੜਾ ਕਿਹਾ ਹੈ ਉਹ ਸੀਕ ਕਰ ਰਹੇ ਆ ਡੈਮੇਜਿਸ ਜਿਹੜੇ ਡਿਟਰਮਾਈਨ ਕਰਨੇ ਆ, ਜਿਹੜੇ ਦੇਖੇ ਜਾਣਗੇ ਟਰਾਇਲ ਦੇ ਉੱਤੇ। ਪਰ ਕਹਿੰਦੇ ਵੀ no less than $100 million। ਸੋ ਘੱਟੋ ਘੱਟ ਕਹਿੰਦੇ ਵੀ ਇੱਕ $100 million ਦਾ ਹਰਜਾਨਾ ਜਿਹੜਾ ਆ ਉਹ ਉਸ ਦੀ ਇੱਕ ਹਿਸਾਬ ਦੇ ਨਾਲ ਮੰਗ ਕਰ ਰਹੇ ਆ। ਕਹਿੰਦੇ ਵੀ ਮੈਰੀ ਟਰੰਪ ਦੇ ਟੈਕਸ ਇਨਫੋਰਮੇਸ਼ਨ ਨੂੰ ਡਿਸਕਲੋਜ਼ਰ ਜਿਹੜਾ ਉਸਨੇ ਕੀਤਾ ਸੀਗਾ ਟਾਈਮਜ਼ ਨੂੰ, ਇਹ ਇਲੀਗਲ ਬ੍ਰੀਚ ਆਫ ਕੰਟਰੈਕਟ ਸੀਗਾ। ਉਸ ਦੇ ਵਿੱਚ ਹੋਰ ਵੀ ਕਈ ਕਲੇਮ ਜਿਹੜੇ ਉਹ ਪਾਏ ਹੈਗੇ ਆ। ਸੋ ਇਹ ਜਿਹੜੇ ਆ ਹੁਣ ਇਸ ਟਾਈਮ ਸਾਹਮਣੇ ਜਿਹੜੀ ਇਹ ਚੀਜ਼ ਆ ਰਹੀ ਆ। ਸੋ 4 ਸਾਲ ਤੇ ਉਸ ਤੋਂ ਪਹਿਲਾਂ ਵੀ ਟਰੰਪ ਹੋਣਾ ਨੇ ਆਪਣੇ ਜਿਹੜੇ ਟੈਕਸ ਆ ਉਸ ਨੂੰ ਲੁਕਾ ਕੇ ਜਿਹੜਾ ਰੱਖਿਆ ਆ, ਕਿਸੇ ਦੇ ਨਾਲ ਵੀ ਜਿਹੜਾ ਉਹਨਾਂ ਨੇ ਸਾਂਝਿਆਂ ਜਿਹੜਾ ਉਹ ਨਹੀਂ ਸੀ ਕੀਤਾ। ਇਹ ਮਸਲਾ ਸੁਪਰੀਮ ਕੋਰਟ ਤੱਕ ਵੀ ਇਹਨਾਂ ਦੇ ਟੈਕਸ ਨੂੰ ਲੈ ਕੇ ਗਿਆ ਸੀ, ਜਿਨ੍ਹਾਂ ਨੇ ਆਖਿਰਕਾਰ ਇਹ ਆਗਿਆ ਦਿੱਤੀ ਸੀ ਵੀ ਇਹਨਾਂ ਦੇ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਆ ਉਹਨਾਂ ਨੂੰ ਕਾਂਗਰਸ ਦੇ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਆ, ਉਸ ਦੀ ਆਗਿਆ ਮਿਲੀ ਸੀਗੀ। ਜੀ, ਅਗਲੀ ਖਬਰ ਜਿਹੜੀ ਆ ਮੈਲਬੌਰਨ ਆਸਟ੍ਰੇਲੀਆ ਤੋਂ ਆ ਰਹੀ ਆ, ਜਿੱਥੇ ਕਿ ਕੱਲ ਉੱਥੇ 5.9 ਮੈਗਨੀਚਿਊਡ ਦਾ ਜਿਹੜਾ ਭੂਚਾਲ ਆ ਉਹ ਆਇਆ ਹੈਗਾ। ਜੀਓ ਸਾਇੰਸ ਆਸਟ੍ਰੇਲੀਆ ਦੇ ਮੁਤਾਬਕ ਜਿਹੜੀ ਵਿਕਟੋਰੀਆ ਦੀ ਸਟੇਟ ਐਮਰਜੈਂਸੀ ਸਰਵਿਸਿਜ਼ ਆ, ਉਹਨਾਂ ਨੇ ਕਿਹਾ ਵੀ ਕਾਫੀ ਪ੍ਰੋਪਰਟੀ ਦਾ ਨੁਕਸਾਨ ਹੋਇਆ ਆ। ਲੱਕਲੀ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਪਹਿਲਾਂ ਇਹ ਅਰਥਕੁਏਕ ਦਾ ਮੈਗਨੀਚਿਊਡ 6.0 ਦੱਸਿਆ ਗਿਆ ਸੀ, ਬਾਅਦ 'ਚ ਇਸ ਨੂੰ ਕਰੈਕਟ ਕਰਕੇ 5.9 ਦੱਸਿਆ ਗਿਆ। ਤੇ ਇਹ ਕਹਿੰਦੇ ਵੀ ਕਾਫੀ ਸਟਰੋਂਗ ਭੂਚਾਲ ਸੀਗਾ, ਜਿਹੜਾ ਕਿ ਐਡਲੇਡ ਜਿਹੜਾ ਆ 500 ਮੀਲ ਸਿਡਨੀ ਤੋਂ ਦੂਰ ਹੈਗਾ ਆ, ਉੱਥੇ ਤੱਕ ਜਿਹੜਾ ਫੀਲ ਕੀਤਾ ਗਿਆ ਆ। ਕਿਸੇ ਤਰ੍ਹਾਂ ਦੀ ਜਿਹੜੀ ਸੁਨਾਮੀ ਵਾਰਨਿੰਗ ਨਹੀਂ ਦਿੱਤੀ ਗਈ ਹੈਗੀ। ਜੀ ਅਗਲੀ ਜਿਹੜੀ ਤੁਸੀਂ ਦੀ ਗੱਲ ਕਰਦੇ ਜਾਈਏ, ਅਮਰੀਕਾ ਤੇ ਫਰਾਂਸ ਦੇ ਦਰਮਿਆਨ ਜਿਹੜੀ ਤਲਖੀ ਆ ਉਹ ਵਧੀ ਸੀਗੀ ਜਦੋਂ ਆਸਟ੍ਰੇਲੀਆ ਤੇ ਯੂਕੇ ਦੇ ਨਾਲ ਮਿਲ ਕੇ ਜਿਹੜਾ ਨਿਊਕਲੀਅਰ ਸਬਮਰੀਨ ਦਾ ਸਮਝੌਤਾ ਇਹਨਾਂ ਦਾ ਹੋਇਆ ਸੀ। ਮੈਕਰੋਨ ਹੁਣਾਂ ਨੇ ਤਾਂ ਆਪਣੇ ਜਿਹੜੇ ਬੰਦੇ ਆ ਉਹ ਵੀ ਵਾਪਸ ਬੁਲਾ ਲਏ ਸੀ। ਇੱਕ ਪਾਰਟੀ ਜਿਹੜੀ ਦੇਣੀ ਹੁੰਦੀ ਆ ਉਹ ਵੀ ਉਹਨਾਂ ਨੇ ਰੱਦ ਕਰ ਦਿੱਤੀ ਸੀ। ਹੁਣ ਖਬਰ ਜਿਹੜੀ ਆ ਰਹੀ ਆ, ਬਾਈਡਨ ਤੇ ਮੈਕਰੋਨ ਜਿਹੜੇ ਆ ਉਹ ਫੋਨ ਦੇ ਉੱਤੇ ਗੱਲਬਾਤ ਜਿਹੜੀ ਉਹ ਕਰਨ ਜਾਣਗੇ। ਕਹਿੰਦੇ ਵੀ ਇਸ ਤੋਂ ਬਾਅਦ ਦੇ ਵਿੱਚ ਇਹ ਵੀ ਜਿਹੜੀ ਜ਼ਿਕਰ ਆ ਰਿਹਾ ਆ ਵੀ ਜਿਹੜੇ ਮੈਕਰੋਨ ਆ ਤੇ ਰਾਸ਼ਟਰਪਤੀ ਆ ਉਹ ਆਪਸ ਦੇ ਵਿੱਚ ਮੁਲਾਕਾਤ ਵੀ ਜਿਹੜੀ ਆ ਉਹ ਕਰਨ ਜਾ ਰਹੇ ਆ। ਅਕਤੂਬਰ ਜਿਹੜੀ ਆ ਮਹੀਨੇ ਆ ਉਸ ਦੇ ਵਿੱਚ ਇਨ ਪਰਸਨ ਕਹਿੰਦੇ ਆ ਵੀ ਇਹ ਮੀਟਿੰਗ ਇਹਨਾਂ ਦੀ ਆਪਸ ਦੇ ਵਿੱਚ ਹੋਵੇਗੀ। ਉਧਰ ਜਿਹੜੀ ਫਰਾਂਸ ਦੀ ਸਰਕਾਰ ਆ ਉਹਨਾਂ ਨੇ ਆਪਣਾ ਜਿਹੜਾ ਐਨਓਏ ਸੀਗਾ ਜਿਹੜਾ ਵਾਪਸ ਬੁਲਾ ਲਿਆ ਸੀ, ਉਹਨੂੰ ਮੁੜ ਵਾਪਸ ਘੱਲਣ ਦੀ ਜਿਹੜੀ ਆ ਉਹ ਇਜਾਜ਼ਤ ਦੇ ਦਿੱਤੀ ਆ, ਉਹ ਮੰਨ ਗਏ ਹੈਗੇ ਆ। ਸੋ ਫਰਾਂਸ ਨੂੰ ਇਸ ਜਿਹੜਾ ਆਸਟ੍ਰੇਲੀਆ ਦੇ ਨਾਲ ਉਹਨਾਂ ਦਾ ਨਿਊਕਲੀਅਰ ਜਿਹੜਾ ਸਬਮਰੀਨ ਦਾ ਸਮਝੌਤਾ ਸੀਗਾ ਉਸ ਦੇ ਕਰਕੇ ਇਹਨਾਂ ਨੂੰ ਤਕਰੀਬਨ 50 ਤੋਂ 90 ਬਿਲੀਅਨ ਡਾਲਰ ਦਾ ਨੁਕਸਾਨ ਜਿਹੜਾ ਹੋਇਆ ਸੀ ਜਦੋਂ ਆਸਟ੍ਰੇਲੀਆ ਨੇ ਉਸ ਆਪਣਾ ਕਾਂਟਰੈਕਟ ਖਾਰਜ ਕਰ ਦਿੱਤਾ ਸੀਗਾ ਤੇ ਅਮਰੀਕਾ ਦੇ ਨਾਲ ਬਣਾਇਆ ਸੀ। ਸੋ ਉਹਦੇ ਕਰਕੇ ਬਹੁਤ ਜ਼ਿਆਦਾ ਤਲਖੀ ਜਿਹੜੀ ਆ ਉਹਨਾਂ ਦੇ ਦਰਮਿਆਨ ਵਧੀ ਸੀ। ਇੱਥੋਂ ਤੱਕ ਕਿ ਆਸਟ੍ਰੇਲੀਆ ਵਾਲਿਆਂ ਨੂੰ ਕਹਿੰਦੇ ਆ ਵੀ ਉਹਨਾਂ ਦਾ ਗੁੱਸਾ ਵੀ ਜਿਹੜਾ ਉਹ ਝੱਲਣਾ ਪਿਆ ਯੂਰਪੀਅਨ ਸੰਘ ਦੇ ਵਿੱਚ, ਕਿਉਂਕਿ ਫਰਾਂਸ ਦੇ ਕੋਲ ਵੀਟੋ ਦੀ ਜਿਹੜੀ ਉਹ ਪਾਵਰ ਹੈਗੀ ਆ ਟ੍ਰੇਡ ਦੇ ਜਿਹੜੇ ਸਮਝੌਤੇ ਆ ਉਹਨਾਂ ਨੂੰ ਲੈ ਕੇ। ਤੇ ਆਸਟ੍ਰੇਲੀਆ ਦੇ ਨਾਲ ਕਹਿੰਦੇ ਵੀ ਜਿਹੜਾ ਵੀ ਕੋਈ ਸਮਝੌਤੇ ਦੀ ਗੱਲ ਆਊਗੀ ਜਾਂ ਆਉਂਦੀ ਆ
ਉਹ ਇਹਨਾਂ ਦੇ ਲਈ ਜਿਹੜੀ ਆ ਘਾਤਕ ਸਾਬਤ ਹੋ ਸਕਦੀ ਹੈ ਆਸਟ੍ਰੇਲੀਆ ਦੇ ਲਈ, ਅਮਰੀਕਾ ਦੇ ਨਾਲ ਜਿਹੜੀ ਆ ਯਾਰੀ ਆ ਉਹ ਲਾਉਣ ਦੇ ਲਈ। ਪਰ ਦੇਖੋ ਜਿਹੜਾ ਉਹ ਕੀ ਬਣਦਾ। ਆਸਟ੍ਰੇਲੀਆ ਵਾਲੇ ਨੇ ਇਹ ਜਿਹੜਾ ਨਿਊਕਲੀਅਰ ਸਮਝੌਤਾ ਇਸ ਲਈ ਕੀਤਾ ਆ ਕਿਉਂਕਿ ਚੀਨ ਤੋਂ ਕਿਤੇ ਨਾ ਕਿਤੇ ਉਹਨਾਂ ਤੋਂ ਜਿਹੜਾ ਖਤਰਾ ਉਹ ਰਹਿੰਦਾ ਆ। ਚੀਨ ਦੇ ਸਭ ਤੋਂ ਨਜ਼ਦੀਕ ਮੁਲਕਾਂ ਦੇ ਵਿੱਚੋਂ ਜਿਹੜਾ ਆਸਟ੍ਰੇਲੀਆ ਇੱਕ ਅਲੱਗ ਥਲੱਗ ਟਾਪੂ ਵਾਲਾ ਇੱਕ ਇਹ ਪੂਰੇ ਦਾ ਪੂਰਾ ਮੁਲਕ ਕੰਟੀਨੈਂਟ ਜਿਹੜਾ ਉਹ ਹੈਗਾ ਆ, ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਖਤਰਾ ਹੈਗਾ ਕਿਉਂਕਿ ਚੀਨ ਨੇ ਤਾਂ ਇੱਕ ਟਾਈਮ ਦੇ ਉੱਤੇ ਸਿੱਧੀ ਧਮਕੀ ਵੀ ਦਿੱਤੀ ਸੀ ਵੀ ਭਾਈ ਜੇ ਜੰਗ ਜੁੰਗ ਲੱਗਦੀ ਹੈ ਤੇ ਸਭ ਤੋਂ ਪਹਿਲਾਂ ਫੌਜੀ ਤੁਹਾਡੇ ਹੀ ਜਿਹੜੇ ਮਰਨੇ ਆ। ਸੋ ਆਸਟ੍ਰੇਲੀਆ ਵਾਲੇ ਵੀ ਬੜੇ ਫੂਕ ਫੂਕ ਕੇ ਪੈਰ ਜਿਹੜੇ ਉਹ ਧਰ ਰਹੇ ਨੇ। ਸੋ ਲੈਟਸ ਸੀ ਕੀ ਬਣਦਾ ਹੈਗਾ। ਅਮਰੀਕਾ ਤੇ ਫਰਾਂਸ ਦੇ ਦਰਮਿਆਨ ਲੰਮੇ ਚਿਰ ਤੋਂ ਇਹ ਆਪਸ ਦੇ ਵਿੱਚ ਹੁਣ ਦੋਸਤ ਹੈਗੇ ਆ ਵੀ ਇਹ ਦੋਸਤੀ ਅੱਗੇ ਵਧੂਗੀ ਜਾਂ ਇਹ ਦਰਾਰ ਜਿਹੜੀ ਉਹ ਵਧੇਗੀ। ਜੀ, ਅਗਲੀ ਖਬਰ ਵੱਲ ਚਲੀਏ ਜਿਹੜੀ ਟਰੱਕਿੰਗ ਦੇ ਨਾਲ ਰਿਲੇਟਡ ਆ। ਰਾਜਕਨਵੀਰ ਸਿੰਘ ਜੀ, ਬਹੁਤ ਸਾਰੇ ਜਿਹੜੇ ਲੋਕ ਆ ਉਹ ਹਜੇ ਵੀ ਜਿਹੜੇ ਟਰੱਕਿੰਗ ਇੰਡਸਟਰੀ 'ਚ ਉਹ ਸੋਚ ਰਹੇ ਆ ਵੀ ਜਿਹੜੇ ਆਟੋਨੋਮਸ ਟਰੱਕ ਆ ਬਿਨਾਂ ਡਰਾਈਵਰ ਤੋਂ ਚੱਲਣੇ ਆ ਵੀ ਇਹ ਬਹੁਤ ਸਾਲ ਲੱਗ ਜਾਣੇ ਆ ਇਹਨੂੰ, ਵੀ ਲੱਗਦਾ ਨਹੀਂ ਇਹ ਛੇਤੀ ਚੱਲੂਗੇ। ਅੱਜ ਜਿਹੜੀ ਅਰੋਰਾ ਇਨੋਵੇਸ਼ਨ ਨਾਮ ਦੀ ਜਿਹੜੀ ਕੰਪਨੀ ਹੈਗੀ ਆ ਤੇ ਪਕਾਰ ਇਨਕਾਰਪੋਰੇਸ਼ਨ ਤੇ ਫੈਡਐਕਸ, ਇਹਨਾਂ ਨੇ ਕਿਹਾ ਵੀ ਉਹਨਾਂ ਨੇ ਕਮਰਸ਼ੀਅਲ ਪਾਇਲਟ ਜਿਹੜਾ ਆਟੋਨੋਮਸ ਟਰੱਕਿੰਗ ਆ ਟੈਕਸ 'ਚ ਆਲਰੇਡੀ ਸ਼ੁਰੂ ਕਰ ਦਿੱਤੀ ਹੈਗੀ ਆ। ਕੰਪਨੀਜ਼ ਜਿਹੜੀਆਂ ਇਹ ਕਹਿੰਦੇ ਵੀ ਪਕਾਰ ਟਰੈਕਟਰ ਇਕਵਿਪਮੈਂਟ ਜਿਹੜਾ ਆ ਸੈਲਫ ਡਰਾਈਵਿੰਗ ਟੈਕਨੋਲੋਜੀ ਦਾ, ਉਹ ਫੈਡਐਕਸ ਦੇ ਜਿਹੜੇ ਲੋਡ ਆ ਉਹ ਡੈਲਸ ਤੋਂ ਲੈ ਕੇ ਹੂਸਟਨ ਤੱਕ ਲਿਜਾਣੇ ਉਹਨੇ ਆਲਰੇਡੀ ਸ਼ੁਰੂ ਕਰ ਦਿੱਤੇ। 500 ਮੀਲ ਦਾ ਟ੍ਰਿਪ ਹੈਗਾ ਆ ਤੇ I-45 ਕੋਰੀਡੋਰ ਦੇ ਉੱਤੇ ਜਿਹੜਾ ਹੈਗਾ ਆ ਕੱਲ ਤੋਂ ਉਹਨੇ ਸ਼ੁਰੂ ਕੀਤੇ ਆ ਸਤੰਬਰ 21 ਤੋਂ। ਤੇ ਜਿਹੜੇ ਟਰੱਕਸ ਆ ਉਹ ਕਹਿੰਦੇ ਵੀ ਆਪਣੇ ਆਪ ਚੱਲਣਗੇ ਪਰ ਉਹਦੇ ਵਿੱਚ ਹਜੇ ਉਹਨਾਂ ਨੇ ਸੇਫਟੀ ਡਰਾਈਵਰ ਕੈਬ ਦੇ ਵਿੱਚ ਜ਼ਰੂਰ ਰੱਖਿਆ ਹੈਗਾ ਆ ਵੀ ਇਨ ਕੇਸ ਕੁਛ ਹੈਪਨ ਹੁੰਦਾ ਆ। ਪਰ ਜੇ ਫੈਡਐਕਸ ਵਰਗੀ ਕੰਪਨੀ ਨੇ ਲਾਰਜ ਸਕੇਲ ਤੇ ਇਹ ਯੂਜ਼ ਕਰਨੇ ਸ਼ੁਰੂ ਕਰ ਦਿੱਤੇ ਤੇ ਇਹਦਾ ਜਿਹੜਾ ਅਸਰ ਆ ਹੋਰ ਕੰਪਨੀਆਂ ਦੇ ਵਿੱਚ ਵੀ ਕਾਫੀ ਪਊਗਾ। ਜੀ, ਕੱਲ ਇੱਕ ਮੈਮੋ ਜਿਹੜਾ ਆ ਉਹ ਬਹੁਤ ਜ਼ਿਆਦਾ ਜਿਹੜਾ ਚਰਚਾ ਦੇ ਵਿੱਚ ਆਇਆ ਜਿਸ ਦੇ ਵਿੱਚ ਟਰੰਪ ਦੇ ਲਾਇਰਸ ਆ ਉਹਨਾਂ ਨੇ 6 ਨਕਾਤੀ ਇੱਕ ਪਲਾਨ ਜਿਹੜਾ ਉਹ ਲਿਖ ਕੇ ਦਿੱਤਾ ਸੀਗਾ। 6 ਸਟੈਪ ਪਲਾਨ ਸੀਗਾ ਵੀ ਜਿਹੜੇ ਉਪ ਰਾਸ਼ਟਰਪਤੀ ਉਦੋਂ ਦੇ ਮਾਈਕ ਪੈਂਸ ਆ ਉਹ ਇਲੈਕਸ਼ਨਸ ਨੂੰ ਕਿੱਦਾਂ ਓਵਰਟਰਨ ਕਰ ਸਕਦੇ ਆ। ਉਹ ਉਹਨਾਂ ਦੇ ਵਿੱਚੋਂ ਕਿਸੇ ਵੀ ਚੀਜ਼ ਨੂੰ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਜਿਹੜਾ ਆ ਉਹ ਜਿਹੜਾ ਉਹ ਨਹੀਂ ਮੰਨਿਆ। ਪਰ ਇਹ ਆਪਣੇ ਵੱਲੋਂ ਕਹਿੰਦੇ ਆ ਵੀ ਇਹਨਾਂ ਨੇ ਪੂਰੀ ਤਿਆਰੀ ਕੀਤੀ ਸੀਗੀ ਵੀ ਕਿਸ ਤਰੀਕੇ ਦੇ ਨਾਲ ਇਲੈਕਸ਼ਨ ਆ ਉਹਨਾਂ ਨੂੰ ਓਵਰਟਰਨ ਕੀਤਾ ਜਾ ਸਕਦਾ ਹੈਗਾ। ਸੋ ਇਹ ਇੱਕ ਹੁਣ ਨਵਾਂ ਵਿਵਾਦ ਇੱਕ ਵਾਰੀ ਫੇਰ ਜਿਹੜਾ ਪੁਰਾਣਾ ਇੱਕ ਟਾਈਮ ਦੇ ਉੱਤੇ ਕਹਿ ਲਓ ਵੀ ਥੋੜਾ ਜਿਹਾ ਪਿੱਛੇ ਗਿਆ ਸੀਗਾ ਉਹ ਮੁੜ ਅੱਗੇ ਜਿਹੜਾ ਉਹ ਆ ਗਿਆ ਆ। ਉਧਰ ਟਰੰਪ ਕੈਂਪੇਨ ਜਿਹੜੇ ਆ ਉਹਨਾਂ ਨੂੰ ਕਹਿੰਦੇ ਪਤਾ ਸੀਗਾ ਵੀ ਜਿਹੜੇ ਵੋਟਿੰਗ ਮਸ਼ੀਨ ਕਲੇਮਸ ਜਿਹੜੇ ਆ ਉਹ ਟੋਟਲੀ ਬੇਸਲੈਸ ਸੀਗੇ। ਇੱਕ ਹੋਰ ਮੈਮੋ ਜਿਹੜਾ ਆ ਉਹ ਹੁਣ ਬਾਹਰ ਆਇਆ ਆ। ਕਹਿੰਦੇ ਵੀ ਕੁਛ ਹੀ ਦਿਨਾਂ ਬਾਅਦ ਜਿਹੜੇ ਲਾਇਰਸ ਆ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਲੈਕਸ਼ਨ ਕਨਸਪੀਰੇਸੀ ਥਿਊਰੀਆਂ ਲੋਕਾਂ ਦੇ ਵਿੱਚ ਪ੍ਰਮੋਟ ਕੀਤੀਆਂ ਜਿਸ ਦਾ ਅਸਰ ਅਜੇ ਤੱਕ ਆਪਾਂ ਨੂੰ ਦੇਖ ਰਹੇ ਹੈਗੇ ਆ, ਉਹਨਾਂ ਦੇ ਹੀ ਆਪਣੇ ਟਰੰਪ ਕੈਂਪੇਨ ਨੇ ਜਿਹੜਾ ਆ ਉਹ ਮੰਨਿਆ ਇਸ ਮੈਮੋ ਦੇ ਵਿੱਚ ਵੀ ਇਹ ਜਿਹੜੇ ਕਲੇਮ ਆ ਇਹ ਜਿਹੜੇ ਕਥਿਤ ਦਾਅਵੇ ਕੀਤੇ ਜਾ ਰਹੇ ਆ ਉਹ ਟੋਟਲੀ ਗਲਤ ਹੈਗੇ ਆ। ਇਹ ਅਦਾਲਤਾਂ ਦੇ ਵਿੱਚ ਜਿਹੜੇ ਕੀਤੇ ਗਏ ਦਸਤਾਵੇਜ਼ ਹੁਣ ਸਬਮਿਟ ਕੀਤੇ ਆ ਉਹਨਾਂ ਦੇ ਜ਼ਰੀਏ ਜਿਹੜਾ ਇਹ ਪਤਾ ਲੱਗ ਰਿਹਾ ਹੈਗਾ ਆ। ਸੋ ਉਹਨਾਂ ਨੇ ਉਦੋਂ ਵੀ ਮੰਨ ਲਿਆ ਸੀਗਾ ਵੀ ਗਲਤ ਹੈਗੇ ਆ ਪਰ ਸਾਡੇ ਜਿਹੜੇ ਰਾਸ਼ਟਰਪਤੀ ਆ ਉਹ ਪੁਰਾਣੇ ਜਿਹੜੇ ਆ ਉਹ ਅਜੇ ਵੀ ਜਿਹੜੇ ਇਸ ਚੀਜ਼ ਨੂੰ ਮੰਨਣ ਤੋਂ ਇਨਕਾਰੀ। ਉਹ ਜਾਰਜੀਆ ਦੇ ਉਹਨਾਂ ਨੇ ਸੈਕਟਰੀ ਨੂੰ ਵੀ ਜਿਹੜੀ ਚਿੱਠੀ ਲਿਖੀ ਸੀ ਵੀ ਮੈਨੂੰ ਇੱਕ ਵਾਰੀ ਫੇਰ ਤੁਸੀਂ ਕੋਸ਼ਿਸ਼ ਕਰ ਦਿਓ। ਜਾਰਜ ਸੋਰਸ ਤੋਂ ਵੈਨੀਜ਼ੁਏਲਾ ਤੋਂ ਲੈ ਕੇ ਕਈ ਤਰੀਕੇ ਦੀਆਂ ਜਿਹੜੀਆਂ ਕਨਸਪੀਰੇਸੀ ਥਿਊਰੀਆਂ ਜਿਹੜੀਆਂ ਆ ਇਹਨਾਂ ਨੇ ਘੜ ਕੇ ਜਿਹੜੀਆਂ ਉਹ ਪੇਸ਼ ਕੀਤੀਆਂ ਸੀਗੀਆਂ ਵੀ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਜਿਹੜੀ ਉਹ ਧਾਂਦਲੀ ਕੀਤੀ ਆ। ਜੀ, ਅਗਲੀ ਖਬਰ ਜਿਹੜੀ ਆ ਸੈਨੋਜ਼ੇ ਕੈਲੀਫੋਰਨੀਆ ਤੋਂ ਆ ਰਹੀ ਆ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਜਿਹੜਾ ਨਵਾਂ ਬਿੱਲ ਸੈਨੇਟ ਬਿੱਲ 9 ਤੇ ਸੈਨੇਟ ਬਿੱਲ 10 ਜਿਹੜਾ ਸਾਈਨ ਕਰਕੇ ਲਾਅ ਬਣਾ ਦਿੱਤਾ ਆ, ਜਿਹਦੇ ਬਾਰੇ ਆਪਾਂ ਐਕਸਪਲੇਨ ਕੀਤਾ ਸੀ ਪਿਛਲੇ ਦਿਨਾਂ ਦੇ ਵਿੱਚ। ਉਹਦੇ ਸੰਬੰਧ ਦੇ ਵਿੱਚ ਸੈਨੋਜ਼ੇ ਦੀ ਜਿਹੜੀ ਕੌਂਸਲ ਆ ਤੇ ਮੇਅਰ ਆ ਉਹ ਇਹ ਸੋਚ ਰਹੇ ਆ ਵੀ ਇਸ ਬਿੱਲ ਦੇ ਮੁਤਾਬਕ ਸੈਨੋਜ਼ੇ ਦੇ ਵਿੱਚ ਜਿਹੜੇ ਸਿੰਗਲ ਫੈਮਿਲੀ ਹੋਮ ਜਿਹੜੇ ਬਣਦੇ ਆ ਉਹ ਇੱਕ ਜਗ੍ਹਾ ਦੇ ਉੱਤੇ 4 ਘਰ ਬਣਾਉਣ ਨੂੰ ਜਿਹੜੀ ਆ ਅਪਰੂਵਲ ਦੇ ਸਕਦੇ ਆ। ਸੈਨੋਜ਼ੇ ਦੇ ਵਿੱਚ 94% ਜਿਹੜੀ ਲੈਂਡ ਆ ਉਹ ਕਲਾਸੀਫਾਈ ਉਹਨੂੰ ਸਿੰਗਲ ਫੈਮਿਲੀ ਰੈਜ਼ੀਡੈਂਸ਼ੀਅਲ ਨੇਬਰਹੁੱਡ ਕਿਹਾ ਜਾਂਦਾ ਹੈਗਾ। ਸੋ ਸ਼ਾਰਟੇਜ ਜਿਹੜੀ ਆ ਅਫੋਰਡੇਬਲ ਹਾਊਸਿੰਗ ਦੀ ਬਹੁਤ ਜ਼ਿਆਦਾ ਹੈਗੀ ਆ। ਕੋਸਟ ਆਫ ਲਿਵਿੰਗ ਵੀ ਬਹੁਤ ਜ਼ਿਆਦਾ ਆ। ਸੋ ਇੱਕ ਤਰੀਕਾ ਆ ਕਹਿੰਦੇ ਵੀ ਜਿੱਥੇ ਜਿੱਥੇ ਸਿੰਗਲ ਫੈਮਿਲੀ ਹੋਮ ਆ ਉੱਥੇ ਹੋ ਸਕਦਾ ਉਹ
4 ਘਰ ਬਣਾਉਣ ਦੀ ਜਿਹੜੀ ਇਜਾਜ਼ਤ ਵੀ ਦੇ ਦੇਣ। ਜੀ ਬਿਲਕੁਲ। ਸੋ ਇਹ ਉਹਨਾਂ ਨੇ ਆਪਣੇ ਵੱਲੋਂ ਜਿਹੜਾ ਆ ਸਟੇਟ ਤੋਂ ਉਹਨਾਂ ਨੇ ਇਸ ਬਿੱਲ ਦੇ ਤਹਿਤ ਬੰਦਿਸ਼ਾਂ ਜਿਹੜੀਆਂ ਉਹ ਚੱਕ ਦਿੱਤੀਆਂ ਸੀਗੀਆਂ। ਹੁਣ ਜਿਹੜੀ ਸਿਟੀਜ਼ ਆ ਉਹਨਾਂ ਨੇ ਹੀ ਜਿਹੜਾ ਆ ਉਹ ਦੇਖਣਾ ਆ ਵੀ ਕੀ ਜਿਹੜੇ ਫੈਸਲੇ ਲੈਣੇ ਆ। ਬਰਕਲੇ ਵਾਲਿਆਂ ਨੇ ਪਹਿਲਾਂ ਹੀ ਜਿਹੜਾ ਇਸ ਨੂੰ ਅਪਰੂਵ ਆ ਉਹ ਕਰ ਲਿਆ ਸੀਗਾ। ਸੋ ਦੇਖੋ ਜੀ ਹਰਜੋਤ ਸਿੰਘ ਜੀ ਜਿਹੜਾ ਇਸ ਦੇ ਵਿੱਚ ਅੱਗੇ ਕੀ ਬਣਦਾ ਹੈਗਾ ਆ। ਇੱਕ ਜਿਹੜੀ ਦੱਸਦੇ ਜਾਈਏ ਜਿਹੜੀ ਨੋ ਯਰ ਹਾਊਸਿੰਗ ਰਾਈਟਸ ਦੇ ਜਿਹੜੀ ਇੱਕ ਵਰਕਸ਼ਾਪ ਆ ਉਹ ਲੱਗਣ ਜਾ ਰਹੀ ਹੈਗੀ ਆ। ਜਿਸ ਦੇ ਵਿੱਚ ਜਿਹੜੇ ਕਹਿੰਦੇ ਵੀ ਟੈਨੈਂਟ ਦੀਆਂ ਪ੍ਰੋਟੈਕਸ਼ਨ ਉਹਨਾਂ ਦੇ ਰਾਈਟਸ ਆ ਉਹਨਾਂ ਬਾਰੇ ਜਿਹੜਾ ਉਹਨਾਂ ਨੂੰ ਉਹ ਦੱਸਿਆ ਜਾਊਗਾ। ਹਾਊਸਿੰਗ ਅਟਰਨੀਜ਼ ਜਿਹੜੇ ਆ ਉਹ ਕਹਿੰਦੇ ਆ ਉੱਥੇ ਮੌਜੂਦ ਹੋਣਗੇ। ਸੈਂਟਰਲ ਵੈਲੀ ਪੀਪਲ ਹਾਊਸਿੰਗ ਕੋਲੀਸ਼ਨ ਵਾਲੇ, ਜਕਾਰਾ ਵਾਲੇ ਤੇ ਹੋਰ ਕਈ ਸੰਸਥਾਵਾਂ ਦੇ ਨਾਲ ਮਿਲ ਕੇ ਜਿਹੜਾ ਆ ਇਹ ਹੋ ਰਿਹਾ ਆ। ਇਹ 25 ਤਰੀਕ ਨੂੰ ਇਹ ਹੋਣਾ ਆ ਤੇ ਸਵੇਰੇ 10 ਤੋਂ ਦੁਪਹਿਰ 1 ਵਜੇ ਤੱਕ ਹੋਣਾ ਆ। ਤੇ ਇਹ ਰਜਿਸਟਰ ਤੁਸੀਂ ਆਨਲਾਈਨ ਇਸ ਦੇ ਲਈ ਕਰ ਸਕਦੇ ਆ। ਤੇ ਜਾਂ ਫਿਰ ਜੇ ਤੁਸੀਂ ਔਨ ਲੋਕੇਸ਼ਨ ਜਾਣਾ ਚਾਹੁੰਦੇ ਹੋ, ਫਰੈਜ਼ਨੋ ਇੰਟਰ ਜਿਹੜਾ ਰੈਫਿਊਜੀ ਮਿਨਿਸਟਰਸ ਫਰਮ ਕਰਕੇ ਜਿਹੜੀ ਹੈਗੀ ਆ 1940 ਨਾਰਥ ਫਰੈਜ਼ਨੋ ਸਟਰੀਟ ਫਰੈਜ਼ਨੋ, ਉਸ ਦੇ ਬਾਹਰਲੇ ਜਿਹੜੇ ਫਰੰਟ ਲਾਨ ਦੇ ਵਿੱਚ ਉੱਥੇ ਜਿਹੜੀ ਹਾਊਸਿੰਗ ਰਾਈਟਸ ਨੂੰ ਲੈ ਕੇ ਜਿਹੜੀ ਵਰਕਸ਼ਾਪ ਆ ਉਹ ਕੀਤੀ ਜਾ ਰਹੀ ਹੈਗੀ ਆ। ਸੋ ਜਿਹੜੇ ਵੀ ਉਸ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਜਾਂ ਪਤਾ ਕਰਨਾ ਚਾਹੁੰਦੇ ਆ ਵੀ ਉਹਨਾਂ ਦੇ ਕਿਹੜੇ ਜਿਹੜੇ ਉਹ ਹੱਕ ਹੈਗੇ ਆ ਹਾਊਸਿੰਗ ਦੇ ਨਾਲ ਸੰਬੰਧਿਤ ਮੌਜੂਦਾ ਹਾਲਾਤਾਂ ਦੇ ਵਿੱਚ, ਜਿੱਥੇ ਇਵਿਕਸ਼ਨ ਮੋਰੀਟੋਰੀਅਮ ਨੂੰ ਲੈ ਕੇ ਕਈ ਤਰੀਕੇ ਦੀਆਂ ਗੱਲਾਂ ਜਿਹੜੀਆਂ ਆ ਉਹ ਚੱਲ ਰਹੀਆਂ ਨੇ, ਕੀ ਕੁਛ ਹੋ ਸਕਦਾ ਹੈ, ਕੀ ਤੁਹਾਡੇ ਅਖਤਿਆਰ ਨੇ, ਕੀ ਹੱਕ ਨੇ, ਉਹ ਉੱਥੇ ਜਾ ਕੇ ਤੁਸੀਂ ਹਾਊਸਿੰਗ ਅਟਰਨੀਜ਼ ਤੋਂ ਜਿਹੜਾ ਉਹ ਪਤਾ ਕਰ ਸਕਦੇ ਆ ਜੀ। ਸੋ ਆਪਾਂ ਇੱਕ ਬ੍ਰੇਕ ਲੈਂਦੇ ਜੀ ਬਿਲਕੁਲ। ਤੇ ਉਸ ਤੋਂ ਪਹਿਲਾਂ ਜਿਹੜਾ ਹਰਜੋਤ ਸਿੰਘ ਜੀ ਫਰੈਜ਼ਨੋ ਤੋਂ ਹੀ ਇੱਕ ਹੋਰ ਮਾੜੀ ਖਬਰ ਇੱਕ ਇਹ ਆ ਰਹੀ ਆ। ਇੱਕ ਵੀਲ ਚੇਅਰ ਦੇ ਵਿੱਚ ਬੰਦਾ ਸੀਗਾ ਤੇ ਕਹਿੰਦੇ ਵੀ ਰੋਜ਼ਵੈਲਟ ਤੇ ਬੈਲਮੌਂਟ ਐਵੀਨਿਊ ਦੇ ਇਲਾਕੇ ਦੇ ਵਿੱਚ ਇਹ ਘਟਨਾ ਕੱਲ ਤਕਰੀਬਨ 4:30 ਵਜੇ ਵਾਪਰੀ ਆ। ਤੇ ਉਸ ਵੀਲ ਚੇਅਰ ਦੇ ਵਿੱਚ ਜਿਹੜਾ ਬੰਦਾ ਸੀਗਾ ਉਸ ਨੂੰ ਸਟੈਬ ਕਰਕੇ, ਯਾਨੀ ਕਿ ਤਿੱਖੀ ਚੀਜ਼ ਦੇ ਨਾਲ ਖੋਭ ਕੇ ਮਾਰ ਕੇ, ਚਾਕੂਆਂ ਦੇ ਨਾਲ ਮਾਰ ਕੇ ਜਿਹੜਾ ਉਸ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਆ। 50s ਦੇ ਵਿੱਚ ਜਿਹੜਾ ਉਹ ਕਹਿੰਦੇ ਦੱਸਿਆ ਜਾਂਦਾ ਸੀਗਾ ਉਹਦੇ ਚੈਸਟ ਦੇ ਵਿੱਚ ਸਟੈਬ ਵੂੰਡਸ ਜਿਹੜੇ ਉਹ ਦੱਸੇ ਗਏ ਸੀਗੇ। ਉਸ ਨੂੰ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਲੈ ਕੇ ਗਏ ਆ, ਪਰ ਉੱਥੇ ਆਪਣੀ ਜ਼ਖਮਾਂ ਦੀ ਜਿਹੜੀ ਆ ਉਹ ਮਾਰ ਨਾ ਚੱਲਦਾ ਹੋਇਆ ਉਸ ਦੀ ਮੌਤ ਹੋ ਗਈ ਆ। 20s ਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਸਸਪੈਕਟ ਮੰਨਿਆ ਜਾ ਰਿਹਾ ਉਸ ਨੂੰ ਗ੍ਰਿਫਤਾਰ ਕੀਤਾ ਆ। ਲਿਕਰ ਸਟੋਰ ਦੇ ਅੰਦਰ ਕਹਿੰਦੇ ਇਹਨਾਂ ਦਾ ਆਰਗੂਮੈਂਟ ਕਹਿੰਦੇ ਸ਼ੁਰੂ ਹੋਇਆ ਸੀਗਾ, ਪਰ ਉਸ ਤੋਂ ਬਾਅਦ ਦੇ ਵਿੱਚ ਇਹ ਸਟੈਬਿੰਗ ਤੱਕ ਗੱਲ ਪਹੁੰਚ ਗਈ ਤੇ ਵੀਲ ਚੇਅਰ ਦੇ ਵਿੱਚ ਜਿਹੜਾ ਬੰਦਾ ਸੀ ਉਸ ਦੀ ਹੱਤਿਆ ਕਰ ਦਿੱਤੀ ਗਈ। ਜੀ, ਬਹੁਤ ਮਾੜੀ ਖਬਰ ਹੈ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ ਫਿਰ ਆਪਾਂ ਲੈਂਦੇ ਹਾਂ ਜੀ ਇੱਕ ਬ੍ਰੇਕ ਤੇ ਫਿਰ ਆਉਂਦੇ ਹਾਂ ਜੀ ਵਾਪਸ। ਹਾਂਜੀ ਮੋਹਨ ਜੀ, ਮੈਨੂੰ ਨਹੀਂ ਲੈਣਾ? ਹਾਂ, ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਨੀਵਰਸਿਟੀ 14 ਠੀਕ ਆ। ਮੈਂ ਤਦੇ ਸੀ, ਮੈਂ ਕਿਹਾ ਵੀ ਉਹ 1470 AM KWRU ਨਹੀਂ ਤਿੰਨ ਚਲੋ 5-6 ਮਿੰਟ ਰਹਿੰਦੇ ਸੀ, ਮੈਂ ਤਦੇ ਕਿਹਾ, ਮੈਂ ਸੋਚਿਆ Bakersfield 1350 ਠੀਕ ਆ, AM ਕੋਈ ਨਹੀਂ। KCVR Stockton Modesto 1570 AM ਵੇਰਕਾ ਵਾਲੇ ਹੁਣ ਲੈ ਕੇ ਆਏ ਹਨ ਛੇਖਾਨਿਆਂ ਵਾਲੀਆਂ ਪਲੇਟਸ, ਜਿਹੜੀਆਂ ਕਿ ਖਾਸ ਤੌਰ ਤੇ ਕਾਰਨ ਦੇ ਨਾਲ Okay. ਤਿਆਰ ਕੀਤੀਆਂ ਗਈਆਂ ਹਨ ਅਤੇ ਇਹਨਾਂ ਦਾ ਤੁਹਾਡੀ ਸਿਹਤ ਤੇ ਕੋਈ ਵੀ ਮਾੜਾ ਅਸਰ ਨਹੀਂ ਹੋਵੇਗਾ। ਇਹਨਾਂ ਪਲੇਟਾਂ ਦੇ ਖਾਨੇ ਬੜੇ ਡੂੰਘੇ ਹਨ ਅਤੇ ਪਲੇਟਾਂ ਬੜੀਆਂ ਮਜ਼ਬੂਤ ਹਨ। ਕਿਸੇ ਵੀ ਤਰ੍ਹਾਂ ਦੀ ਕੇਟਰਿੰਗ, ਅਖੰਡ ਪਾਠ ਸਾਹਿਬ ਜਾਂ ਘਰ ਦੇ ਵਿੱਚ ਹੋਵੇ ਕੋਈ ਵੀ ਪਾਰਟੀ, ਤਾਂ ਅੱਜ ਹੀ ਲੈ ਕੇ ਆਓ ਵੇਰਕਾ ਵਾਲਿਆਂ ਤੋਂ ਛੇਖਾਨਿਆਂ ਵਾਲੀਆਂ ਪਲੇਟਾਂ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 408 292 0500 और 082
90920500। ਸਿੱਧੂ ਟਰੱਕ ਲਾਈਨ ਬੇਕਰਸਫੀਲਡ ਵਾਲਿਆਂ ਨੂੰ ਇਸ ਮੌਕੇ ਟੀਮ ਡਰਾਈਵਰਸ ਦੀ ਜ਼ਰੂਰਤ ਹੈ। ਡਰਾਈਵ ਵੈਨ ਡ੍ਰੌਪ ਐਂਡ ਹੁੱਕ ਦੇ ਲੋਡਸ ਹਨ। 1 ਸਾਲ ਦਾ ਐਕਸਪੀਰੀਅੰਸ ਹੋਵੇ। ਸੋਲੋ ਡਰਾਈਵਰਸ ਵੀ ਹਾਇਰ ਕਰਦੇ ਹਨ। ਸੋਲੋ ਡਰਾਈਵਰਸ ਦੇ ਲਈ 11 ਵੈਸਟਰਨ ਸਟੇਟ ਦੇ ਪੱਕੇ ਲੋਡ ਹਨ ਅਤੇ ਟੀਮ ਡਰਾਈਵਰਸ ਦੇ ਲਈ ਕੈਲੀਫੋਰਨੀਆ ਤੋਂ ਕੈਂਸਸ, ਟੈਕਸਸ ਅਤੇ ਜਾਰਜੀਆ ਦੇ ਡੈਡੀਕੇਟਿਡ ਰਾਊਟ ਹਨ। ਸਾਰਾ ਕੰਮ ਡਰਾਈਵ ਵੈਨ ਡ੍ਰੌਪ ਐਂਡ ਹੁੱਕ ਦਾ ਹੈ। ਬੇਕਰਸਫੀਲਡ ਦੇ ਇਲਾਕੇ ਦੇ ਵਿੱਚ ਲੋਕਲ ਡਰਾਈਵਰਸ ਵੀ ਹਾਇਰ ਕਰਦੇ ਹਨ ਜੋ ਰੋਜ਼ਾਨਾ ਘਰ ਆ ਸਕਦੇ ਹਨ। ਵਧੀਆ ਤਨਖਾਹ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ ਕੁਲਵੰਤ ਸਿੱਧੂ 6616671188। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਹੈ ਸੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ। ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਤੇ ਬਿਲਕੁਲ ਸਮਾਂ ਆਪਣੇ ਕੋਲ ਆ ਜਿਹੜਾ ਉਹ ਥੋੜਾ ਹੀ ਜਿਹੜਾ ਉਹ ਰਹਿ ਗਿਆ ਹੈਗਾ ਤੇ ਆਪਾਂ ਜਿਹੜੀਆਂ ਰਹਿ ਗਈਆਂ ਕੁਛ ਗੱਲਾਂ ਬਾਤਾਂ ਆ ਉਸ ਦੇ ਉੱਤੇ ਆਪਾਂ ਨਜ਼ਰ ਜਿਹੜੀ ਆ ਉਹ ਮਾਰਦੇ ਹੈਗੇ ਆ। ਤੇ ਹਰਜੋਤ ਸਿੰਘ ਜੀ ਕਹਿੰਦੇ ਵੀ ਜਿਹੜਾ ਚਾਈਲਡ ਟੈਕਸ ਕ੍ਰੈਡਿਟ ਹੈਗਾ ਆ ਫ੍ਰੈਜ਼ਨੋ ਦੇ ਇਲਾਕੇ ਦੇ ਵਿੱਚ ਜਿਹੜੇ ਪਰਿਵਾਰ ਆ ਉਹਨਾਂ ਦੇ ਲਈ ਅਜੇ ਮਿਲੀਅਨਸ ਆਫ ਡਾਲਰ ਜਿਹੜੇ ਉਹ ਪਏ ਹੈਗੇ। ਕਹਿੰਦੇ ਵੀ ਤੁਸੀਂ ਸਾਈਨ ਅਪ ਕਰ ਸਕਦੇ ਆ ਜਿਨ੍ਹਾਂ ਨੂੰ ਅਜੇ ਤੱਕ ਇਹ ਜਿਹੜੀਆਂ ਇਹਨਾਂ ਦੀਆਂ ਪੇਮੈਂਟਸ ਆ ਉਹ ਰਿਸੀਵ ਹੋਣੀਆਂ ਨਹੀਂ ਸ਼ੁਰੂ ਹੋਈਆਂ। ਸੋ 3 ਮਹੀਨੇ ਹੋ ਗਏ ਇਸ ਪ੍ਰੋਗਰਾਮ ਦੇ ਨੂੰ ਜਿਹੜਾ ਉਹ ਸ਼ੁਰੂ ਹੋਇਆ ਨੂੰ। ਤੇ ਕਹਿੰਦੇ ਵੀ ਇਹ ਪਤਾ ਲੱਗਾ ਵੀ ਫ੍ਰੈਜ਼ਨੋ ਇਲਾਕੇ ਦੇ ਵਿੱਚ ਬਹੁਤ ਸਾਰੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਜਿਹੜਾ ਚਾਈਲਡ ਟੈਕਸ ਕ੍ਰੈਡਿਟ ਆ ਜਿਸ ਦੇ ਵਿੱਚ $3600 6 ਸਾਲ ਤੋਂ ਘੱਟ ਦੀ ਉਮਰ ਵਾਲੇ ਬੱਚਿਆਂ ਦੇ ਲਈ ਤੇ $3000 6 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਜਿਹੜਾ ਉਹ ਹੋਊਗਾ ਜਿਨ੍ਹਾਂ ਦੀ ਇਨਕਮ 1.5 ਲੱਖ ਤੱਕ ਜਿਹੜੀ ਉਹ ਹੋਵੇਗੀ ਉਹਨਾਂ ਨੂੰ ਪੂਰਾ ਕ੍ਰੈਡਿਟ ਜਿਹੜਾ ਉਹ ਮਿਲੇਗਾ। ਸੋ ਕਹਿੰਦੇ ਵੀ ਫੈਮਿਲੀ ਵਿਦ ਜ਼ੀਰੋ ਅਰਨਿੰਗਸ ਉਹ ਵੀ ਐਲੀਜੀਬਲ ਜਿਹੜੇ ਉਹ ਬਣਨਗੇ ਇਸ ਵਾਰੀ ਪਹਿਲੀ ਵਾਰ ਜਿਹੜੇ ਇਸ CTC ਦੇ ਲਈ ਜਿਹੜੇ ਚਾਈਲਡ ਟੈਕਸ ਕ੍ਰੈਡਿਟ ਦੇ ਲਈ। 6.5 ਲੱਖ ਕਹਿੰਦੇ ਜਿਹੜੇ ਕੈਲੀਫੋਰਨੀਆ ਦੇ ਜਿਹੜੇ ਬੱਚੇ ਆ ਉਹ ਰਿਸਕ ਦੇ ਉੱਤੇ ਰਹਿੰਦੇ ਨੇ ਇੱਕ ਰਿਪੋਰਟ ਦੇ ਮੁਤਾਬਕ ਚਾਈਲਡ ਟੈਕਸ ਕ੍ਰੈਡਿਟ ਜਿਹੜਾ ਉਸ ਨੂੰ ਜਿਹੜਾ ਉਹ ਨਾ ਮਿਲੇ। ਸੋ ਟੈਕਸ ਫਾਈਲਿੰਗ ਤੋਂ ਬਾਅਦ ਦੇ ਵਿੱਚ ਦੇਖਦੇ ਹੋਏ ਉਹਨਾਂ ਨੇ ਕਿਹਾ ਆ ਵੀ 23% ਕੈਲੀਫੋਰਨੀਆ ਕਾਊਂਟੀ ਦੇ ਜਿਹੜੇ ਬੱਚੇ ਆ ਉਹ ਇਸ ਦੇ ਲਈ ਕੁਆਲੀਫਾਈ ਜਿਹੜੇ ਉਹ ਕਰਦੇ ਹੈਗੇ ਆ ਪਰ ਕਾਫੀ ਜਿਹੜੇ ਅਜੇ ਕਹਿੰਦੇ ਉਹਨਾਂ ਨੇ ਅਪਲਾਈ ਨਹੀਂ ਕੀਤਾ। ਸੋ ਮੇਕ ਸ਼ੋਰ ਕਰ ਲਓ ਵੀ ਆਪਣੇ ਜਿਹੜਾ CTC ਦੇ ਲਈ ਤੁਸੀਂ ਜਿਹੜਾ ਉਹ ਅਪਲਾਈ ਜਿਹੜਾ ਉਹ ਕਰ ਦਿਓ ਤਾਂ ਜੋ ਤੁਹਾਨੂੰ ਜਿਹੜੀ ਉਹ ਮਿਲ ਜਾਵੇ ਕਿਉਂਕਿ ਇਹਨਾਂ ਨੇ $300 ਹੁਣ ਐਵਰੀ ਮੰਥ ਜਾਂ $250 ਐਵਰੀ ਮੰਥ ਜਿਹੜਾ ਉਹ ਦੇਣਾ ਸ਼ੁਰੂ ਕੀਤਾ। ਅੱਗੇ ਬਿਲਕੁਲ ਸਾਲ ਦੇ ਐਂਡ ਦੇ ਵਿੱਚ ਜਾ ਕੇ ਜਦੋਂ ਟੈਕਸ ਭਰਦੇ ਸੀਗੇ ਉਦੋਂ ਇਹ ਟੈਕਸ ਕ੍ਰੈਡਿਟ ਜਿਹੜਾ ਉਹ ਮਿਲਦਾ ਹੁੰਦਾ ਸੀ। ਇਸ ਵਾਰ ਇਹਨਾਂ ਨੇ ਨਾਲ ਦੇ ਨਾਲ ਦੇਣ ਦੀ ਜਿਹੜੀ ਉਹ ਸਿਫਾਰਿਸ਼ ਰੱਖੀ ਹੈਗੀ ਆ। ਜੀ ਬਿਲਕੁਲ। ਸੋ ਉਹਦੇ 'ਚ ਇਹ ਜ਼ਰੂਰ ਦੱਸਦੇ ਜਾਈਏ ਵੀ ਤੁਹਾਡਾ ਟੈਕਸ ਜ਼ਰੂਰ ਫਾਈਲ ਹੋਣਾ ਚਾਹੀਦਾ ਹੈ ਤੇ ਤਦ ਹੀ ਮਿਲਣਾ ਆ ਚਾਹੇ ਤੁਹਾਡੀ ਜ਼ੀਰੋ ਇਨਕਮ ਹੋਵੇ। ਸੋ ਇਸੇ ਤਰ੍ਹਾਂ ਜਿਹੜੇ $600 ਕਈਆਂ ਨੂੰ ਨਹੀਂ ਆਏ ਉਹ ਦੁਬਾਰਾ ਕੀ ਹੋਰ ਪੇਮੈਂਟਾਂ ਉਹਨਾਂ ਨੇ ਭੇਜੀਆਂ ਹੈਗੀਆਂ ਪਿਛਲੇ ਹਫ਼ਤੇ 2 ਮਿਲੀਅਨ ਸ਼ਾਇਦ ਲੋਕਾਂ ਨੂੰ। ਸੋ ਉਹ ਵੀ ਜਿਹੜਾ ਤੁਸੀਂ ਮੇਕ ਸ਼ੋਰ ਕਰ ਲਿਓ ਕਿਉਂਕਿ ਉਹਦੇ ਲਈ ਵੀ ਜਿਹੜਾ ਆ ਟੈਕਸ ਫਾਈਲਿੰਗ ਦੀ ਜ਼ਰੂਰਤ ਹੈਗੀ ਆ ਕਿਉਂਕਿ ਸਾਡੇ ਰੇਡੀਓ ਸਟੇਸ਼ਨ 'ਤੇ ਵੀ ਬਹੁਤ ਵਾਰ ਕਾਲਾਂ ਕਰਦੇ ਰਹਿੰਦੇ ਆ ਵੀ ਜੇ ਤੁਸੀਂ ਟੈਕਸ ਨਹੀਂ ਫਾਈਲ ਕਰਦੇ ਫਿਰ ਤੁਹਾਨੂੰ ਉਹ ਪੈਸੇ ਨਹੀਂ ਆਉਣੇ ਹੈਗੇ। ਜੀ ਬਿਲਕੁਲ। ਸੋ ਭਾਈ ਜਿਹੜਾ ਉਹ ਇਸ ਚੀਜ਼ ਦਾ ਪ੍ਰਤੀ ਜਿਹੜਾ ਤੁਸੀਂ ਧਿਆਨ ਰੱਖੋ ਜਿਹੜੀ ਸਹੂਲਤ ਹੈਗੀ ਆ ਜਿੱਦਾਂ ਕੋਈ ਛੋਟਾ ਹੈ ਤੇ ਚਾਹੇ ਕੋਈ ਵੱਡਾ ਆ ਸਾਰੇ ਜਾਣੇ ਉਸ ਦਾ ਫਾਇਦਾ ਚੱਕਦੇ ਆ ਤੁਹਾਨੂੰ ਜਿਹੜਾ ਉਹ ਮਿਲਦਾ ਆ ਤੇ ਤੁਸੀਂ ਜ਼ਰੂਰ ਜਿਹੜਾ ਉਹ ਦੇਖ ਸਕਦੇ ਹੈਗੇ ਆ। ਜੀ ਜੀ ਇਸੇ ਤਰ੍ਹਾਂ ਸੈਕਰਾਮੈਂਟੋ ਤੋਂ ਖਬਰ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਜਿਹੜਾ ਹਾਈਵੇ 50 ਹੈਗਾ ਆ ਜਿਹੜਾ ਲੇਕ ਤਾਹੋ ਨੂੰ ਜਾਂਦਾ ਹੈਗਾ ਉਹ ਉਸ ਨੂੰ ਪੂਰੀ ਤਰ੍ਹਾਂ ਹੁਣ ਖੋਲ੍ਹ ਦਿੱਤਾ ਗਿਆ ਹੈਗਾ ਕਿਉਂਕਿ ਆਪਾਂ ਨੂੰ ਪਤਾ ਹੀ ਆ ਵੀ ਜਦੋਂ ਅੱਗ ਲੱਗੀ ਸੀ ਲੇਕ ਤਾਹੋ ਏਰੀਏ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ ਤੇ ਪੂਰੇ ਜਿਹੜਾ ਉਹ ਹਾਈਵੇ ਆ ਲੇਕ ਤਾਹੋ ਵੱਲ ਨੂੰ ਜਾਂਦੇ ਆ ਤੇ ਉਹ ਪੂਰੀ ਤਰ੍ਹਾਂ ਜਿਹੜਾ ਬੰਦ ਕੀਤਾ ਗਿਆ ਸੀ। ਹੁਣ ਉਸ ਨੂੰ ਕਹਿੰਦੇ ਬਿਲਕੁਲ ਪੂਰੇ ਦਾ ਪੂਰਾ ਜਿਹੜਾ ਆ ਖੋਲ੍ਹ ਦਿੱਤਾ ਗਿਆ ਹੈਗਾ ਆ। ਜੀ ਅਗਲੀ ਖਬਰ ਹਰਜੋਤ ਸਿੰਘ ਜੀ ਬਰੁਕਲਿਨ ਤੋਂ ਆ ਰਹੀ ਆ। ਬਰੁਕਲਿਨ ਦੇ ਡਿਸਟ੍ਰਿਕਟ ਅਟਾਰਨੀ ਉਹਨਾਂ ਨੇ ਕਿਹਾ ਵੀ ਜਿਹੜੇ 9 ਕਾਂਟਰੈਕਟਰਸ ਆ ਉਹਨਾਂ ਨੇ ਹੁਣ ਚਾਰਜ ਕੀਤਾ ਆ ਕਿਕ ਬੈਕ ਸਕੀਮ ਆ ਉਸ ਦੇ ਲਈ। ਇਸ ਦੇ ਵਿੱਚ ਕਹਿੰਦੇ ਵੀ ਹਾਫ ਡਜ਼ਨ ਜਿਹੜੇ ਕਾਂਟਰੈਕਟਰਸ ਆ ਉਹ ਨਿਊਯਾਰਕ ਸਿਟੀ ਦੇ ਜਿਹੜੇ ਹਾਊਸਿੰਗ ਅਥਾਰਟੀ NYCHA ਉਹਨਾਂ ਨੂੰ ਬੇਸਿਕਲੀ ਰਿਸ਼ਵਤ ਦਿੰਦੇ ਸੀ, ਬ੍ਰਾਈਬਸ ਦਿੰਦੇ ਸੀ ਵੀ ਉਹਨਾਂ ਦੇ ਕੰਮ ਜਿਹੜੇ ਆ ਉਹ ਚੱਲਦੇ ਰਹਿਣ ਤਾਂ ਜੋ ਕਾਂਟਰੈਕਟਸ ਆ ਜਿਹੜੇ ਉਹ ਜਿੱਤਦੇ ਜਿਹੜੇ ਉਹ ਰਹਿਣ। ਅਫਸੋਸ ਵਾਲੀ ਗੱਲ ਜਿਹੜੀ ਹਰਜੋਤ ਸਿੰਘ ਜੀ ਇਸ ਦੇ ਵਿੱਚ ਇਹ ਹੈਗੀ ਵੀ ਇਹਨਾਂ ਕਾਂਟਰੈਕਟਰਸ ਦੇ ਵਿੱਚ ਕਈ ਪੰਜਾਬੀ ਵੀ ਜਿਹੜੇ ਆ ਉਹ
ਇਸ ਦੇ ਵਿੱਚ ਹੈਗੇ ਨੇ। ਸੋ ਜਿਹੜੇ ਉੱਥੋਂ ਦੇ ਡਿਸਟ੍ਰਿਕਟ ਅਟਾਰਨੀ ਹੈਗੇ ਆ, ਉਹਨਾਂ ਨੇ ਕਿਹਾ ਆ ਵੀ 2019 ਤੋਂ ਬਾਅਦ ਦੇ ਵਿੱਚ ਸਾਨੂੰ ਇਹ ਅਜਿਹੀਆਂ ਸ਼ਿਕਾਇਤਾਂ ਜਿਹੜੀਆਂ ਉਹ ਮਿਲਣੀਆਂ ਸ਼ੁਰੂ ਹੋਈਆਂ ਸੀ, ਜਿਸ ਦੀ ਜਿਹੜੀ ਉਹ ਜਾਂਚ ਕਰਨ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਉਹ ਪਤਾ ਲੱਗਾ ਆ ਵੀ ਇਹ ਜਿਹੜੇ ਕਾਂਟਰੈਕਟਰਸ ਆ ਉਹ ਇਹਨਾਂ ਸੁਪਰਵਾਈਜ਼ਰਸ ਨੂੰ ਜਿਹੜੇ ਉਹ ਡਾਲਰ ਦੇ ਰਹੇ ਸੀ ਜਾਂ ਕਿਕਬੈਕ ਸਕੀਮ ਜਿਹੜੀਆਂ ਦੇ ਰਹੇ ਸੀ, ਕਿਸੇ ਨੂੰ $10,000, ਕਿਸੇ ਨੂੰ ਕੁਛ ਤੇ ਕਿਸੇ ਨੂੰ ਕੁਛ, ਵੱਖ-ਵੱਖ ਚੀਜ਼ਾਂ ਦੀ ਜਿਹੜੀ ਰਿਸ਼ਵਤ ਦੇ ਕੇ ਆਪਣੇ ਜਿਹੜੇ ਕਾਂਟਰੈਕਟਸ ਆ ਉਹ ਜਿੱਤ ਰਹੇ ਸੀਗੇ। ਸੋ ਇਹ ਬਹੁਤ ਮਾੜੀ ਗੱਲ ਆ ਵੀ ਭਾਈ ਕਰਪਸ਼ਨ ਨੂੰ ਉੱਥੇ ਛੱਡ ਕੇ ਆਏ ਸੀ, ਉਹਨੂੰ ਉੱਥੇ ਛੱਡਿਆ ਰਹਿਣ ਦਿਓ, ਇੱਥੇ ਜਿਹੜਾ ਉਹ ਨਾਲ ਨਾ ਲੈ ਕੇ ਆਓ। ਇਹ ਚੰਗੀ ਗੱਲ ਨਹੀਂ ਹੈਗੀ, ਮੁਲਕ ਨੂੰ ਚੰਗਾ ਹੈਗਾ ਆ, ਤੈਨੂੰ ਭਾਈ ਚੰਗਾ ਰਹਿਣ ਦਿਓ। ਜੀ ਬਿਲਕੁਲ। ਸੋ ਸਾਡਾ ਖਬਰਾਂ ਦਾ ਸਮਾਂ ਹੁਣ ਸਮਾਪਤ ਹੈ ਜੀ ਬਿਲਕੁਲ। ਇਸ ਤੋਂ ਅਗਲਾ ਪ੍ਰੋਗਰਾਮ ਜਿਹੜਾ ਹੋਵੇਗਾ ਜੀ ਆਤਮਿਕ ਆਨੰਦ 11 ਵਜੇ ਤਾਈਂ, ਫਿਰ 11 ਤੋਂ 12:30 ਤਾਈਂ ਆਵੇਗਾ ਜੀ ਹਾਸੇ ਚਾਰੇ ਪਾਸੇ, 12:30 ਤੋਂ 2 ਕੁਝ ਗੱਲਾਂ ਕੁਝ ਗੀਤ, 2 ਤੋਂ 4 ਵਜੇ ਦੇ ਵਿੱਚ ਪ੍ਰੋਗਰਾਮ ਨਜ਼ਰੀਆ, 4 ਤੋਂ 5:30 ਪ੍ਰੋਗਰਾਮ ਆਵੇਗਾ ਵਿਸਰਤਾ ਵਿਰਸਾ, 5:40 ਦੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, ਤੇ ਫਿਰ ਉਸ ਤੋਂ ਬਾਅਦ ਦੇ ਵਿੱਚ 8:30 ਵਜੇ 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਪ੍ਰੋਗਰਾਮ, ਸ਼ਾਮ ਦੇ ਦੀਵਾਨ, ਤੇ ਫਿਰ ਜਿਹੜਾ ਜੀ ਪ੍ਰੋਗਰਾਮ 8:30 ਵਜੇ ਖਬਰ ਤੇ ਨਜ਼ਰ ਜਿਹੜਾ ਉਹ ਪੇਸ਼ ਕੀਤਾ ਜਾਵੇਗਾ, ਤੇ 9 ਵਜੇ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਦੇ ਉੱਤੇ ਜਿਹੜਾ ਬਣਾਇਆ ਗਿਆ ਰੇਡੀਓ ਡਰਾਮਾ ਜਿਹੜਾ ਆ ਉਸ ਨੂੰ ਪੇਸ਼ ਕੀਤਾ ਜਾਊਗਾ। ਤੇ ਇੱਦਾਂ ਹੀ ਜਿਹੜਾ ਉਹ ਤੁਸੀਂ ਜੁੜੇ ਰਹੋ ਜੀ। ਤੇ ਹੁਣ ਇਜਾਜ਼ਤ ਦਿੰਦੇ ਹਾਂ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਯੂਨੀਵਰਸਿਟੀ ਹਾਸੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ ਯੂਐਸ।